ਵੈਲਕਮ ਟੂ ਐਕਸਲੇਟਰ ਕਲਾਸਿਸ। ਅੱਜ ਅਸੀਂ ਇਸ ਕਲਾਸ ਦੇ ਵਿੱਚ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ, ਮੈਗਨੈਟਿਕ ਇਫੈਕਟ ਆਫ ਕਰੰਟ। ਅਸੀਂ ਇਸ ਚੈਪਟਰ ਦੇ ਵਿੱਚ ਕਰੰਟ ਦੇ ਜਿਹੜੇ ਚੁੰਬਕੀ ਪ੍ਰਭਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਹੁਣ ਇਸ ਚੈਪਟਰ ਦੇ ਵਿੱਚ ਅਸੀਂ ਦੇਖਾਂਗੇ ਕਿ ਜੇਕਰ ਇੱਕ ਚਾਰਜ ਪਾਰਟੀਕਲ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖਿਆ ਜਾਏਗਾ ਤਾਂ ਉਹ ਕਿਸ ਤਰ੍ਹਾਂ ਦਾ ਬਿਹੇਵ ਕਰੇਗਾ। ਸੋ ਇਹ ਗੱਲ ਸਮਝਣ ਤੋਂ ਪਹਿਲਾਂ ਅਸੀਂ ਇੱਕ ਵਾਰੀ ਦੇਖ ਲੈਂਦੇ ਹਾਂ ਕਿ ਮੈਗਨੈਟਿਕ ਫੀਲਡ ਕੀ ਚੀਜ਼ ਆ। ਮੈਗਨੈਟਿਕ ਫੀਲਡ ਦੂਸਰੇ ਫੀਲਡ ਵਾਂਗ ਹੀ ਇੱਕ ਇਹੋ ਜਿਹਾ ਫੀਲਡ ਵਾ ਜਿਹੜਾ ਨੌਨ ਕੰਟੈਕਟ ਫੋਰਸ ਲਗਾ ਸਕਦਾ ਵਾ। ਅਜੇ ਤੱਕ ਅਸੀਂ ਗੱਲ ਕਰੀਏ ਤੇ ਅਸੀਂ ਅਜੇ ਤੱਕ 3 ਫੀਲਡ ਪੜ੍ਹ ਚੁੱਕੇ ਹਾਂ। ਪਹਿਲਾ ਫੀਲਡ ਕਿਹੜਾ ਸੀ? ਗ੍ਰੈਵੀਟੇਸ਼ਨਲ ਫੀਲਡ, ਜਿਹੜਾ ਕਿ ਅਸੀਂ 9th ਕਲਾਸ ਦੇ ਵਿੱਚ ਵੀ ਪੜ੍ਹਿਆ ਸੀ ਤੇ +1 ਕਲਾਸ ਦੇ ਵਿੱਚ ਵੀ ਪੜ੍ਹਿਆ ਸੀ। ਤੇ ਦੂਸਰਾ ਫੀਲਡ ਅਸੀਂ ਕਿਹੜਾ ਪੜ੍ਹਿਆ ਵਾ? ਇਲੈਕਟ੍ਰਿਕ ਫੀਲਡ। ਇਸ ਕਲਾਸ ਦੇ ਵਿੱਚ ਪੜ੍ਹਿਆ ਇਹ ਇਲੈਕਟ੍ਰਿਕ ਫੀਲਡ ਕਿ ਇੱਕ ਚਾਰਜ ਪਾਰਟੀਕਲ ਆਪਣੇ ਆਲੇ ਦੁਆਲੇ ਇੱਕ ਰੀਜਨ ਬਣਾਉਂਦਾ ਹੈ ਜਿਹਦੇ ਵਿੱਚ ਉਹਦਾ ਕੀ ਹੁੰਦਾ ਹੈ? ਇਨਫਲੂਐਂਸ ਹੁੰਦਾ ਹੈ। ਤੇ ਤੀਸਰਾ ਫੀਲਡ ਅਸੀਂ ਹੁਣ ਪੜ੍ਹ ਰਹੇ ਹਾਂ ਉਹ ਕਿਹੜਾ ਹੈ? ਮੈਗਨੈਟਿਕ ਫੀਲਡ, ਮਤਲਬ ਚੁੰਬਕੀ ਖੇਤਰ। ਅਸੀਂ ਇਹ ਚੀਜ਼ ਪੜ੍ਹੀ ਹੋਈ ਆ ਕਿ ਇਹ ਜਿਹੜੇ ਫੀਲਡ ਵਾ, ਮਤਲਬ ਜਿਹੜਾ ਵੀ ਕੋਈ ਫੀਲਡ ਹੋਏਗਾ ਨਾ ਉਹ ਕੀ ਆ? ਉਹ ਨੌਨ ਕੰਟੈਕਟ ਫੋਰਸ ਲਗਾ ਸਕਦਾ ਵਾ। ਨੌਨ ਕੰਟੈਕਟ ਫੋਰਸ ਕਿਵੇਂ? ਜਿਵੇਂ ਮੈਂ ਕਹਾਂ ਕਿ ਇਹ ਮੇਰੇ ਆਲੇ ਦੁਆਲੇ ਕੀ ਆ? ਇੱਕ ਗ੍ਰੈਵੀਟੇਸ਼ਨਲ ਫੀਲਡ ਆ ਤੇ ਮੈਂ ਇਸ ਗ੍ਰੈਵੀਟੇਸ਼ਨਲ ਫੀਲਡ ਦੇ ਵਿੱਚ ਇਸ ਪੈਨ ਨੂੰ ਜੇਕਰ ਮਤਲਬ ਛੱਡ ਦੇਵਾਂ ਤੇ ਇਹ ਪੈਨ ਕੀ ਆ? ਆਪਣੇ ਆਪ ਨੀਚੇ ਚਲਾ ਜਾਏਗਾ। ਹੁਣ ਇਸ ਪੈਨ ਦੇ ਉੱਪਰ ਕੀ ਆ? ਗ੍ਰੈਵੀਟੇਸ਼ਨਲ ਫੋਰਸ ਲੱਗੀ ਆ ਅਰਥ ਦੇ ਦੁਆਰਾ ਤਾਂ ਜੋ ਇਹ ਨੀਚੇ ਗਿਆ ਵਾ। ਹੁਣ ਆਪਾਂ ਇੱਥੇ ਇਹ ਗੱਲ ਕਹਿ ਸਕਦੇ ਹਾਂ ਨਾ ਕਿ ਇਹਦੇ ਉੱਤੇ ਨੌਨ ਕੰਟੈਕਟ ਫੋਰਸ ਲੱਗੀ ਆ। ਤੇ ਅਸੀਂ ਇਲੈਕਟ੍ਰਿਕ ਫੀਲਡ ਦੇ ਵਿੱਚ ਵੀ ਦੇਖਿਆ ਵਾ ਕਿ ਪੋਜ਼ਿਟਿਵ ਜਾਂ ਪੋਜ਼ਿਟਿਵ ਨੈਗੇਟਿਵ ਇੱਕ ਦੂਜੇ ਦੇ ਉੱਪਰ ਕੀ ਆ? ਨੌਨ ਕੰਟੈਕਟ ਫੋਰਸ ਲਗਾ ਸਕਦੇ ਆ। ਤੇ ਉਸੇ ਤਰ੍ਹਾਂ ਇਹਨਾਂ ਦੋਵਾਂ ਫੀਲਡਸ ਤੋਂ ਬਾਅਦ ਸਾਡੇ ਕੋਲੋਂ ਤੀਸਰਾ ਫੀਲਡ ਆਉਂਦਾ ਵਾ ਮੈਗਨੈਟਿਕ ਫੀਲਡ। ਤੇ ਮੈਗਨੈਟਿਕ ਫੀਲਡ ਵੀ ਇੱਕ ਅਜਿਹਾ ਹੀ ਫੀਲਡ ਵਾ, ਇੱਕ ਅਜਿਹਾ ਰੀਜ਼ਨ ਆ ਜਿਹਦੇ ਵਿੱਚ ਕੀ ਆ? ਉਹ ਮੈਗਨੈਟਿਕ ਕਰੈਕਟਰ ਵਾਲੀਆਂ ਚੀਜ਼ਾਂ ਦੇ ਉੱਪਰ ਕੀ ਆ? ਫੋਰਸ ਲਗਾ ਸਕਦਾ ਵਾ। ਫੀਲਡ ਦੀ ਇੱਕ ਖਾਸ ਪ੍ਰੋਪਰਟੀ ਹੁੰਦੀ ਆ, ਜਿਵੇਂ ਅਸੀਂ ਗੱਲ ਕਹੀ ਨਾ ਗ੍ਰੈਵੀਟੇਸ਼ਨਲ ਫੀਲਡ। ਗ੍ਰੈਵੀਟੇਸ਼ਨਲ ਫੀਲਡ ਦੇ ਵਿੱਚ ਫੋਰਸ ਕਿਹਦੇ ਤੇ ਲੱਗਣੀ ਆ? ਮਾਸ ਵਾਲੇ ਪਾਰਟੀਕਲ ਦੇ ਉੱਪਰ। ਮਤਲਬ ਇਹਦੀ ਜਿਹੜੀ ਬੇਸਿਕ ਪ੍ਰੋਪਰਟੀ ਆ, ਮਤਲਬ ਫੋਰਸ ਲਗਾਉਣਾ, ਇੱਕ ਬੋਡੀ ਦਾ ਦੂਸਰੀ ਬੋਡੀ ਦੇ ਉੱਪਰ ਫੋਰਸ ਲਾਉਣਾ, ਉਹਦੇ ਵਿੱਚ ਕਿਹਦਾ ਹੋਣਾ ਜ਼ਰੂਰੀ ਆ? ਸਾਨੂੰ ਪਤਾ ਵਾ ਕਿ ਉਹਦੇ ਵਿੱਚ ਮਾਸ ਦਾ ਹੋਣਾ ਜ਼ਰੂਰੀ ਆ। ਮਤਲਬ ਮਾਸ ਵਾਲੇ ਪਾਰਟੀਕਲ ਦੂਸਰੇ ਮਾਸ ਵਾਲੇ ਪਾਰਟੀਕਲ ਦੇ ਉੱਪਰ ਫੋਰਸ ਲਗਾ ਸਕਦਾ ਵਾ। ਤੇ ਜੇਕਰ ਇਲੈਕਟ੍ਰਿਕ ਫੀਲਡ ਦੀ ਗੱਲ ਕਰੀਏ ਤੇ ਇਲੈਕਟ੍ਰਿਕ ਫੀਲਡ ਦੇ ਵਿੱਚ ਕਿਹਦਾ ਹੋਣਾ ਜ਼ਰੂਰੀ ਆ? ਸਾਨੂੰ ਪਤਾ ਵਾ ਕਿ ਇਲੈਕਟ੍ਰਿਕ ਫੀਲਡ ਦੇ ਵਿੱਚ ਚਾਰਜ ਦਾ ਹੋਣਾ ਜ਼ਰੂਰੀ ਆ। ਮਤਲਬ ਇੱਕ ਚਾਰਜ ਵਾਲਾ ਪਾਰਟੀਕਲ ਕਿਸੇ ਦੂਸਰੇ ਚਾਰਜ ਵਾਲੇ ਪਾਰਟੀਕਲ ਦੇ ਉੱਪਰ ਫੋਰਸ ਲਗਾ ਸਕਦਾ ਵਾ। ਤੇ ਇਸੇ ਤਰੀਕੇ ਨਾਲ ਮੈਗਨੈਟਿਕ ਫੀਲਡ ਦੇ ਵਿੱਚ ਕੌਣ ਕਿਹਦੇ ਤੇ ਫੋਰਸ ਲਗਾ ਸਕਦਾ ਵਾ? ਤੇ ਸਾਨੂੰ ਪਤਾ ਵਾ ਕਿ ਮੈਗਨੈਟਿਕ ਫੀਲਡ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸਿਰਫ ਇੱਕ ਮੈਗਨੈਟਿਕ ਕਰੈਕਟਰ ਵਾਲੀ ਚੀਜ਼ ਹੀ ਦੂਸਰੇ ਮੈਗਨੈਟਿਕ ਕਰੈਕਟਰ ਵਾਲੀ ਚੀਜ਼ ਦੇ ਉੱਪਰ ਫੋਰਸ ਲਗਾ ਸਕਦੀ ਆ, ਮੈਗਨੈਟਿਕ ਕਰੈਕਟਰ ਵਾਲੀ। ਹੁਣ ਇਹ ਜਿਹੜੇ ਮੈਗਨੈਟਿਕ ਕਰੈਕਟਰ ਵਾਲੀ ਚੀਜ਼ ਆ, ਇਹਦੀ ਆਪਾਂ ਇੱਕ ਐਗਜ਼ਾਮਪਲ ਦੇਖਦੇ ਹਾਂ। ਜਿਵੇਂ ਅਸੀਂ ਕਿਹਾ ਕਿ ਇੱਕ ਸਾਡੇ ਕੋਲੋਂ ਕੀ ਆ? ਬਾਰ ਮੈਗਨੇਟ ਆ। ਤੇ ਜੇਕਰ ਇਸ ਬਾਰ ਮੈਗਨੇਟ ਨੂੰ ਆਪਾਂ ਫ੍ਰੀਲੀ ਸਸਪੈਂਡ ਕਰੀਏ ਤੇ ਸਾਨੂੰ ਪਤਾ ਵਾ ਕਿ ਇਹ ਹਮੇਸ਼ਾ ਕੀ ਆ? ਧਰਤੀ ਦੇ ਨਾਰਥ ਤੇ ਸਾਊਥ ਪੋਲ ਦੇ ਅਲਾਈਨ ਹੁੰਦੀ ਆ। ਮਤਲਬ ਜਿੱਧਰ ਨੂੰ ਧਰਤੀ ਦਾ ਨਾਰਥ ਤੇ ਸਾਊਥ ਪੋਲ ਹੋਏਗਾ ਉਧਰ ਨੂੰ ਹੀ ਇਹਨੇ ਕੀ ਆ? ਅਲਾਈਨ ਹੋ ਜਾਣਾ, ਸੈੱਟ ਹੋ ਜਾਣਾ। ਜੇਕਰ ਤੁਸੀਂ ਇਹਨੂੰ ਹਿਲਾਓਗੇ ਤਾਂ ਵੀ ਇਹਨੇ ਕੀ ਆ? ਨਾਰਥ ਤੇ ਸਾਊਥ ਡਾਇਰੈਕਸ਼ਨ ਦੇ ਵਿੱਚ ਹੀ ਖੜੇ ਹੋਣਾ ਵਾ। ਹੁਣ ਇੱਥੋਂ ਕੀ ਪ੍ਰਭਾਵ ਪੈਂਦਾ ਵਾ ਜਾਂ ਇੱਥੋਂ ਕੀ ਸਾਬਿਤ ਹੁੰਦਾ ਵਾ? ਇੱਥੋਂ ਸਾਬਿਤ ਹੁੰਦਾ ਵਾ ਕਿ ਧਰਤੀ ਕੀ ਆ? ਇੱਕ ਬਹੁਤ ਵੱਡਾ ਮੈਗਨੈਟਿਕ ਫੀਲਡ ਕ੍ਰੀਏਟ ਕਰ ਰਹੀ ਆ। ਮਤਲਬ ਇਹ ਜਿਹੜੀ ਅਰਥ ਆ, ਅਰਥ ਆਪਣੇ ਅਰਾਊਂਡ ਕੀ ਆ? ਇੱਕ ਮੈਗਨੈਟਿਕ ਫੀਲਡ ਰੱਖਦੀ ਆ। ਅਸੀਂ ਗ੍ਰੈਵੀਟੇਸ਼ਨਲ ਫੀਲਡ ਦੇ ਵਿੱਚ ਵੀ ਪੜ੍ਹਿਆ ਸੀ ਕਿ ਅਰਥ ਦੇ ਅਰਾਊਂਡ ਕੀ ਆ? ਗ੍ਰੈਵੀਟੇਸ਼ਨਲ ਫੀਲਡ ਆ। ਤੇ ਅਸੀਂ ਉਸੇ ਤਰੀਕੇ ਨਾਲ ਪੜ੍ਹਿਆ ਵਾ ਕਿ ਅਰਥ ਦੇ ਅਰਾਊਂਡ ਇੱਕ ਮੈਗਨੈਟਿਕ ਫੀਲਡ ਵੀ ਹੈਗਾ। ਤੇ ਇਸ ਮੈਗਨੈਟਿਕ ਫੀਲਡ ਦਾ ਅਹਿਸਾਸ ਸਾਨੂੰ ਕਿਵੇਂ ਹੋਇਆ? ਸਾਨੂੰ ਇਹਦਾ ਅਹਿਸਾਸ ਇਸ ਐਗਜ਼ਾਮਪਲ ਤੋਂ ਵੀ ਹੋਇਆ ਕਿ ਇੱਕ ਨਾਰਥ ਸਾਊਥ ਪੋਲ ਵਾਲੀ ਇੱਕ ਬਾਰ ਮੈਗਨੇਟ ਲਓ ਤੇ ਉਹਨੂੰ ਫ੍ਰੀਲੀ ਸਸਪੈਂਡ ਕਰੋ ਤੇ ਉਹ ਕੀ ਆ? ਉਹ ਹਮੇਸ਼ਾ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਹੀ ਖਲੋਂਦੀ ਆ। ਤੇ ਉਹ ਪਰਟੀਕੂਲਰ ਡਾਇਰੈਕਸ਼ਨ ਜਿਹੜੀਆਂ ਵਾ ਉਹ ਅਰਥ ਦੀਆਂ ਨਾਰਥ ਤੇ ਸਾਊਥ ਡਾਇਰੈਕਸ਼ਨਸ ਆ। ਇਹ ਇੱਕ ਐਗਜ਼ਾਮਪਲ ਆ।
ਸਾਨੂੰ ਇਹੋ ਜਿਹੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਮਿਲਦੀਆਂ ਵਾ ਜਿਨ੍ਹਾਂ ਦੇ ਵਿੱਚ ਸਾਨੂੰ ਅਰਥ ਦੇ ਮੈਗਨੈਟਿਕ ਕਰੈਕਟਰ ਦਾ ਅਹਿਸਾਸ ਹੁੰਦਾ ਵਾ। ਹੁਣ ਗੱਲ ਇਹ ਆ ਕਿ ਅਰਥ ਕੋਲੋਂ ਮੈਗਨੈਟਿਕ ਕਰੈਕਟਰ ਆਇਆ ਕਿੱਥੋਂ, ਤੇ ਇਸ ਬਾਰੇ ਕੀ ਆ ਵੱਖ-ਵੱਖ ਥਿਊਰੀਜ਼ ਆ। ਉਹ ਵੱਖ-ਵੱਖ ਥਿਊਰੀਜ਼ ਅਸੀਂ ਲੇਟਰ ਔਨ ਪੜਾਂਗੇ ਅਰਥ ਮੈਗਨੇਟਿਜ਼ਮ ਦੇ ਵਿੱਚ ਕਿ ਇਹ ਅਰਥ ਦੇ ਕੋਲੋਂ ਮੈਗਨੈਟਿਕ ਕਰੈਕਟਰ ਜਿਹੜਾ ਵਾ ਉਹ ਆਇਆ ਕਿਵੇਂ ਆ। ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਚਾਰਜ ਪਾਰਟੀਕਲ ਦੀ, ਕਿ ਇੱਕ ਚਾਰਜ ਪਾਰਟੀਕਲ ਨੂੰ ਜੇਕਰ ਮੈਗਨੈਟਿਕ ਫੀਲਡ ਦੇ ਵਿੱਚ ਰੱਖੀਏ ਤੇ ਉਹ ਕਿਸ ਤਰ੍ਹਾਂ ਦਾ ਬਿਹੇਵ ਕਰਦਾ ਵਾ। ਜਿਵੇਂ ਕਿ ਅਸੀਂ ਇਸ ਕਲਾਸ +2 ਦੇ ਵਿੱਚ ਪਹਿਲੇ ਯੂਨਿਟ ਦੇ ਵਿੱਚ ਦੇਖਿਆ ਇਲੈਕਟ੍ਰੋਸਟੈਟਿਕ, ਤੇ ਇਲੈਕਟ੍ਰੋਸਟੈਟਿਕ ਦੇ ਵਿੱਚ ਅਸੀਂ ਕੀ ਦੇਖਿਆ। ਇਲੈਕਟ੍ਰੋਸਟੈਟਿਕ ਦੇ ਵਿੱਚ ਅਸੀਂ ਇੱਕ ਖੜੇ ਚਾਰਜ ਦੀਆਂ ਪ੍ਰੋਪਰਟੀਜ਼ ਨੂੰ ਡਿਸਕਸ ਕੀਤਾ, ਤੇ ਉਸ ਪ੍ਰੋਪਰਟੀਜ਼ ਦੇ ਵਿੱਚ ਕੀ ਸੀ ਅਸੀਂ ਪੜ੍ਹਿਆ ਇਲੈਕਟ੍ਰਿਕ ਫੀਲਡ ਵਾ, ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਆ, ਤੇ ਉਸ ਸਟੈਟਿਕ ਚਾਰਜ ਨੂੰ ਅਸੀਂ ਕੈਪੈਸੀਟਰ ਦੇ ਅੰਦਰ ਸਟੋਰ ਕਰਕੇ ਵੀ ਦੇਖਿਆ। ਤੇ ਜੇ ਗੱਲ ਕਰੀਏ ਸੈਕੰਡ ਯੂਨਿਟ ਦੀ, ਤੇ ਸੈਕੰਡ ਯੂਨਿਟ ਦੇ ਵਿੱਚ ਅਸੀਂ ਉਸੇ ਚਾਰਜ ਨੂੰ ਮੂਵ ਕਰਾ ਕੇ ਦੇਖਿਆ। ਹੁਣ ਇਹ ਚਾਰਜ ਮੂਵ ਕਿੱਦਾਂ ਹੋਇਆ, ਜਦੋਂ ਅਸੀਂ ਪੋਟੈਂਸ਼ੀਅਲ ਦਾ ਡਿਫਰੈਂਸ ਕ੍ਰੀਏਟ ਕੀਤਾ, ਜਾਂ ਅਸੀਂ ਕਹੀਏ ਕਿ ਅਸੀਂ ਸੈੱਲ ਜਾਂ ਬੈਟਰੀ ਲਗਾਈ। ਤੇ ਦੂਸਰੇ ਚੈਪਟਰ ਦੇ ਵਿੱਚ ਹੀ ਅਸੀਂ ਇਸ ਗੱਲ ਦਾ ਵੀ ਧਿਆਨ ਰੱਖਿਆ ਕਿ ਜਦੋਂ ਇਹ ਚਾਰਜ ਪਾਰਟੀਕਲ ਚੱਲਦਾ ਵਾ ਤੇ ਉਸ ਸਮੇਂ ਇਹਦੇ ਵਾਸਤੇ ਕਿਹੜੀਆਂ-ਕਿਹੜੀਆਂ ਰੁਕਾਵਟਾਂ ਵਾ, ਤੇ ਜਿਹੜੀ ਰੁਕਾਵਟ ਸੀ ਉਹਨੂੰ ਅਸੀਂ ਕੀ ਨਾਮ ਦਿੱਤਾ, ਉਹਨੂੰ ਨਾਮ ਦਿੱਤਾ ਰੈਜ਼ਿਸਟੈਂਸ ਦਾ। ਤੇ ਜੇ ਓਵਰਆਲ ਗੱਲ ਕਰੀਏ ਕਿ ਸੈਕੰਡ ਯੂਨਿਟ ਦੇ ਵਿੱਚ ਅਸੀਂ ਜਦੋਂ ਚਾਰਜ ਪਾਰਟੀਕਲ ਮੂਵ ਕਰਦਾ ਵਾ ਤੇ ਉਹਨੂੰ ਕਰੰਟ ਦਾ ਨਾਮ ਦਿੱਤਾ, ਤੇ ਉਹਦੇ ਮੂਵ ਕਰਨ ਦਾ ਜਿਹੜਾ ਕਾਰਨ ਆ ਉਹ ਅਸੀਂ ਕੀ ਕਿਹਾ, ਪੋਟੈਂਸ਼ੀਅਲ ਡਿਫਰੈਂਸ ਆ। ਤੇ ਅਸੀਂ ਕਿਹਾ ਕਿ ਜੇਕਰ ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਕਰੋ ਤੇ ਇਹ ਜਿਹੜਾ ਚਾਰਜ ਪਾਰਟੀਕਲ ਆ ਇਹ ਮੂਵ ਕਰ ਸਕਦਾ ਵਾ। ਤੇ ਮੂਵ ਕਰਦੇ ਹੋਏ ਚਾਰਜ ਪਾਰਟੀਕਲ ਨੂੰ ਕੁਝ ਓਪੋਜੀਸ਼ਨਸ ਵੀ ਮਿਲਦੀਆਂ ਵਾ ਜਿਹਨੂੰ ਅਸੀਂ ਰੈਜ਼ਿਸਟੈਂਸ ਕਿਹਾ। ਦੂਸਰੇ ਯੂਨਿਟ ਦੇ ਵਿੱਚ ਬਿਲਕੁਲ ਅਸੀਂ ਕੀ ਆ, ਇੰਟਰਨਲ ਗੱਲ ਕਰ ਰਹੇ ਸੀ। ਇੰਟਰਨਲ ਮਤਲਬ ਉਸ ਕੰਡਕਟਰ ਦੇ ਅੰਦਰ, ਕਿ ਇਹ ਚਾਰਜ ਪਾਰਟੀਕਲ ਮੂਵ ਕਰਦਾ ਵਾ, ਕਿਉਂ ਕਰਦਾ ਵਾ, ਤੇ ਇਹਨੂੰ ਮੂਵ ਕਰਨ ਦੇ ਵਿੱਚ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਵਾ। ਹੁਣ ਤੀਸਰੇ ਯੂਨਿਟ ਦੇ ਵਿੱਚ ਅਸੀਂ ਉਸੇ ਮੂਵ ਕਰਦੇ ਹੋਏ ਚਾਰਜ ਪਾਰਟੀਕਲਸ ਦੀਆਂ ਬਾਹਰੀ ਪ੍ਰੋਪਰਟੀਆਂ ਦੇਖਣੀਆਂ ਵਾ। ਜਿਵੇਂ ਕਿ ਔਰਸਟਡ ਨੇ ਦੇਖਿਆ ਸੀ, ਔਰਸਟਡ ਨੇ ਕੀ ਕੀਤਾ ਕਿ ਇੱਕ ਕੰਡਕਟਰ ਲਿਆ ਤੇ ਉਹਦੇ ਲਾਗੇ ਕੀ ਕੀਤਾ, ਉਹਦੇ ਲਾਗੇ ਇੱਕ ਕੰਪਾਸ ਨੀਡਲ ਰੱਖੀ, ਜਾਂ ਮੈਂ ਕਹਿ ਸਕਦਾ ਵਾਂ ਕਿ ਮੈਗਨੈਟਿਕ ਨੀਡਲ ਰੱਖੀ। ਮੰਨ ਲਓ ਇਹ ਜਿਹੜੀ ਮੈਗਨੈਟਿਕ ਨੀਡਲ ਆ ਇੱਥੇ ਆ, ਆਪਣੀ ਓਰੀਜਨਲ ਡਾਇਰੈਕਸ਼ਨ ਦੇ ਵਿੱਚ ਵਾ, ਤੇ ਉਹਨੇ ਜਦੋਂ ਇਹਦਾ ਸਵਿਚ ਔਨ ਕੀਤਾ, ਮਤਲਬ ਇਸ ਤਾਰ ਦੇ ਵਿੱਚ ਕਰੰਟ ਔਨ ਕੀਤਾ, ਤੇ ਉਹਨੇ ਦੇਖਿਆ ਕਿ ਇਹ ਜਿਹੜੀ ਨੀਡਲ ਆ ਇਹ ਕੀ ਆ, ਇਹ ਡਿਫਲੈਕਟ ਹੁੰਦੀ ਆ। ਮੰਨ ਲਓ ਇਹ ਇੱਧਰ ਨੂੰ ਡਿਫਲੈਕਟ ਹੋਈ ਆ। ਬਾਅਦ ਵਿੱਚ ਕੀ ਕੀਤਾ, ਉਹਨੇ ਇਹਦਾ ਸਵਿਚ ਆਫ ਕਰਤਾ, ਤੇ ਜਦੋਂ ਸਵਿਚ ਆਫ ਕੀਤਾ ਤੇ ਇਹ ਜਿਹੜੀ ਨੀਡਲ ਆ ਇਹ ਫੇਰ ਆਪਣੀ ਓਰੀਜਨਲ ਡਾਇਰੈਕਸ਼ਨ ਦੇ ਵਿੱਚ ਚਲੀ ਗਈ। ਹੁਣ ਬਾਅਦ ਵਿੱਚ ਕੀ ਦੇਖਿਆ ਕਿ ਜੇਕਰ ਮੈਂ ਇਸੇ ਕੰਡਕਟਰ ਦੇ ਵਿੱਚ ਕਰੰਟ ਦੀ ਡਾਇਰੈਕਸ਼ਨ ਨੂੰ ਆਪੋਜ਼ਿਟ ਕਰਦਾ ਵਾਂ, ਤੇ ਕਰੰਟ ਦੀ ਡਾਇਰੈਕਸ਼ਨ ਨੂੰ ਆਪੋਜ਼ਿਟ ਕਰਨ ਦੇ ਵਿੱਚ ਇਹ ਜਿਹੜੀ ਨੀਡਲ ਆ ਉਹ ਕੀ ਆ, ਆਪੋਜ਼ਿਟ ਸਾਈਡ ਨੂੰ ਡਿਫਲੈਕਟ ਕਰਦੀ ਆ। ਮੰਨ ਲਓ ਪਹਿਲਾਂ ਕਿੱਧਰ ਨੂੰ ਕੀਤਾ ਸੀ, ਇੱਧਰ ਨੂੰ ਕੀਤਾ ਸੀ, ਤੇ ਹੁਣ ਕਿੱਧਰ ਨੂੰ ਕੀਤਾ, ਇੱਧਰ ਨੂੰ ਕੀਤਾ, ਇਸ ਸਾਈਡ ਨੂੰ ਕੀਤਾ। ਸੋ ਇੱਥੋਂ ਕੀ ਅਹਿਸਾਸ ਹੁੰਦਾ ਵਾ, ਔਰਸਟਡ ਨੇ ਇੱਥੋਂ ਇਹ ਚੀਜ਼ ਸਾਬਤ ਕੀਤੀ ਆ ਕਿ ਇਹ ਜਿਹੜੀ ਨੀਡਲ ਆ ਇਹ ਕੀ ਆ, ਮੈਗਨੈਟਿਕ ਨੀਡਲ ਆ, ਤੇ ਮੈਗਨੈਟਿਕ ਨੀਡਲ ਦੇ ਕੋਲ ਕੀ ਆ, ਮੈਗਨੈਟਿਕ ਕਰੈਕਟਰ ਵਾ। ਹੁਣ ਇੱਕ ਮੈਗਨੈਟਿਕ ਕਰੈਕਟਰ ਵਾਲੀ ਚੀਜ਼ ਨੂੰ ਨੌਨ ਕੰਟੈਕਟ ਫੋਰਸ ਕੌਣ ਲਗਾ ਸਕਦਾ ਵਾ, ਜਿਹਦੇ ਕੋਲੋਂ ਮੈਗਨੈਟਿਕ ਕਰੈਕਟਰ ਹੋਏਗਾ। ਤੇ ਇਥੋਂ ਇਹ ਚੀਜ਼ ਜਾਂ ਇਸ ਚੀਜ਼ ਦਾ ਅਹਿਸਾਸ ਹੁੰਦਾ ਵਾ ਕਿ ਜਦੋਂ ਇਸ ਤਾਰ ਦੇ ਵਿੱਚ ਕਰੰਟ ਫਲੋ ਕੀਤਾ ਵਾ ਨਾ, ਤੇ ਇਸ ਤਾਰ ਦੇ ਆਲੇ ਦੁਆਲੇ ਕੀ ਬਣਿਆ ਵਾ, ਮੈਗਨੈਟਿਕ ਫੀਲਡ ਬਣਿਆ ਵਾ। ਇਸ ਤਰੀਕੇ ਨਾਲ ਇਹਦੇ ਆਲੇ ਦੁਆਲੇ ਕੀ ਬਣਿਆ ਵਾ, ਮੈਗਨੈਟਿਕ ਫੀਲਡ ਬਣਿਆ ਵਾ। ਤੇ ਉਸੇ ਮੈਗਨੈਟਿਕ ਫੀਲਡ ਨੇ ਇਸ ਮੈਗਨੈਟਿਕ ਨੀਡਲ ਨੂੰ ਕੀ ਕੀਤਾ, ਨੌਨ ਕੰਟੈਕਟ ਫੋਰਸ ਲਾ ਕੇ ਆਪਣੀ ਓਰੀਜਨਲ ਡਾਇਰੈਕਸ਼ਨ ਤੋਂ ਡਿਫਲੈਕਟ ਕਰਤਾ। ਤੇ ਇੱਥੋਂ ਅਸੀਂ ਇੱਕ ਰੂਲ ਬਣਾ ਲਿਆ ਕਿ ਕੋਈ ਵੀ ਕਰੰਟ ਕੈਰਿੰਗ ਵਾਇਰ ਆ ਜਾਂ ਕੋਈ ਵੀ ਕਰੰਟ ਕੈਰਿੰਗ ਕੰਡਕਟਰ ਆ ਨਾ, ਉਹਦੇ ਆਲੇ ਦੁਆਲੇ ਕੀ ਬਣਦਾ ਵਾ ਜਾਂ ਉਹਦੀਆਂ ਸਰਾਊਂਡਿੰਗਸ ਦੇ ਵਿੱਚ ਕੀ ਬਣਦਾ ਵਾ, ਇੱਕ ਮੈਗਨੈਟਿਕ ਫੀਲਡ ਬਣਦਾ ਵਾ। ਤੇ ਉਹ ਮੈਗਨੈਟਿਕ ਫੀਲਡ ਜਿਹੜਾ ਵਾ ਉਹ ਕਿਸੇ ਦੂਸਰੇ ਮੈਗਨੈਟਿਕ ਕਰੈਕਟਰ ਵਾਲੀ ਚੀਜ਼ ਦੇ ਉੱਪਰ ਕੀ ਆ, ਫੋਰਸ ਲਗਾ ਸਕਦਾ ਵਾ। ਹੁਣ ਦੇਖੋ, ਅੱਜ ਤੋਂ ਕਾਫੀ ਸਮਾਂ ਪਹਿਲਾਂ ਇਹ ਗੱਲ ਸਮਝੀ ਜਾਂਦੀ ਸੀ ਕਿ ਕਰੰਟ ਇੱਕ ਵੱਖਰੀ ਚੀਜ਼ ਆ ਤੇ ਮੈਗਨੇਟ ਇੱਕ ਵੱਖਰੀ ਚੀਜ਼ ਆ।
मतलब करंट का मैगनेट के नाल कोई रिलेशन नहीं हैगा। पर बाद विच असीं ये चीज़ देखी आ कि करंट जिहड़ा वा वो मैगनैटिक करैक्टर पैदा कर सकदा वा, ते असीं ये भी चीज़ देखी आ कि मैगनैटिक करैक्टर तो करंट भी पैदा हो जाता, मतलब ऑपोजिट जां रिवर्स भी असी आ सकते हैं। हुण इलैक्ट्रोमैगनैटिक इंडक्शन तुसी देखी आ, इलैक्ट्रोमैगनैटिक इंडक्शन दे विच की आ, तुसी एक कॉयल लई आ ते इस कॉयल दे नाल गलवैनोमीटर लगाया, ते जदों एक बार मैगनेट दा तुसी मोशन कराउंदे जो ते तुसी की देखदे जो कि इत्थे करंट बनदा वा, मतलब गलवैनोमीटर रीडिंग दिंदा वा। हुण इत्थे की हो गया, इत्थे ये तो एक एग्जाम्पल हो गई ना कि मैगनैटिक फील्ड ने की कीता, करंट बनाता। ते ये जिहड़ी एग्जाम्पल आ ये सानू की शो करदी आ, ये शो करदी आ कि करंट ने मैगनैटिक फील्ड बना लिया। सो साइंस दे विच इहो जिहियां बहुत सारियां एग्जाम्पल्स आ जिन्हां दे विच की आ असीं रिवर्स जा सकदे आ। जिवें असीं कहने आ कि कैमीकल एनर्जी तो इलैक्ट्रीकल एनर्जी बन सकती है, तो सानू पता वा कि इलैक्ट्रीकल एनर्जी तो कैमीकल एनर्जी भी बन सकती है, मतलब उल्टा भी पॉसीबल आ। तो उस तरीके नाल जिहड़ा साइंस दे विच ये समझिया जांदा सी कि करंट एक वक्री चीज़ आ ते मैगनैटिक करैक्टर जां मैगनट्स दा होना एक वक्री चीज़ आ। ਉਹਨੂੰ ਕੀ ਕੀਤਾ, ਉਹਨੂੰ ਇਹਨਾਂ ਦੋ ਐਕਸਪੈਰੀਮੈਂਟਸ ਨੇ ਕੀ ਕਰਤਾ, ਇੰਟਰਲਿੰਕ ਕਰਤਾ ਕਿ ਮੈਗਨੈਟਿਕ ਫੀਲਡ ਜਿਹੜਾ ਵਾ ਉਹ ਕਰੰਟ ਪੈਦਾ ਕਰ ਸਕਦਾ ਵਾ ਤੇ ਕਰੰਟ ਕੀ ਕਰ ਸਕਦਾ ਵਾ, ਮੈਗਨੈਟਿਕ ਫੀਲਡ ਪੈਦਾ ਕਰ ਸਕਦਾ ਵਾ। ਸੋ ਅਸੀਂ ਇਸ ਚੈਪਟਰ ਦੇ ਵਿੱਚ ਇਹਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਹੀ ਸਮਝਾਂਗੇ। ਅਸੀਂ ਇੱਕ ਚਾਰਜ ਪਾਰਟੀਕਲ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖ ਕੇ ਦੇਖਦੇ ਹਾਂ ਤੇ ਚੈੱਕ ਕਰਦੇ ਹਾਂ ਕਿ ਜਦੋਂ ਇੱਕ ਚਾਰਜ ਪਾਰਟੀਕਲ ਨੂੰ ਅਸੀਂ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਹਾਂ ਤੇ ਉਹ ਕਿਸ ਤਰ੍ਹਾਂ ਦਾ ਬਿਹੇਵ ਕਰਦਾ ਵਾ। ਤੇ ਅਸੀਂ ਇਹ ਚੀਜ਼ ਨੋਟ ਕਰਦੇ ਹਾਂ ਕਿ ਜਦੋਂ ਇੱਕ ਚਾਰਜ ਪਾਰਟੀਕਲ ਨੂੰ ਕਿਸੇ ਐਕਸਟਰਨਲ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਆ ਨਾ, ਤੇ ਉਹ ਕੁਝ ਸਾਨੂੰ ਐਕਸਪੈਰੀਮੈਂਟਲੀ ਆਬਜ਼ਰਵੇਸ਼ਨ ਦਿੰਦਾ ਵਾ, ਤੇ ਉਹਨਾਂ ਆਬਜ਼ਰਵੇਸ਼ਨ ਦੇ ਬਿਹਾਫ ਦੇ ਉੱਪਰ ਅਸੀਂ ਕੀ ਆ, ਮੈਗਨੈਟਿਕ ਫੋਰਸ ਨੂੰ ਡਿਫਾਈਨ ਕਰਦੇ ਹਾਂ, ਜਾਂ ਅਸੀਂ ਇੱਦਾਂ ਕਹਿੰਦੇ ਹਾਂ ਕਿ ਮੈਗਨੈਟਿਕ ਫੀਲਡ ਨੂੰ ਡਿਫਾਈਨ ਕਰ ਸਕਦੇ ਹਾਂ। ਹੁਣ ਆਪਾਂ ਉਹ ਡਿਸਕਸ ਕਰਦੇ ਹਾਂ ਚੀਜ਼ ਕਿ ਇੱਕ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੇ ਵਿੱਚ ਕਿਵੇਂ ਬਿਹੇਵ ਕਰਦਾ ਵਾ। ਮੰਨ ਲਓ ਮੇਰੇ ਕੋਲੋਂ ਕੀ ਆ, ਇੱਥੇ ਮੈਗਨੈਟਿਕ ਫੀਲਡ ਲੱਗਾ ਹੋਇਆ ਵਾ, ਇੱਧਰ ਨੂੰ ਮੈਂ ਡਾਇਰੈਕਸ਼ਨ ਦਿੱਤੀ ਹੋਈ ਆ, ਇੱਧਰ ਨੂੰ, ਮਤਲਬ ਮੈਗਨੈਟਿਕ ਫੀਲਡ ਇੱਧਰ ਨੂੰ ਲੱਗਾ ਹੋਇਆ ਵਾ। ਤੇ ਮੈਗਨੈਟਿਕ ਫੀਲਡ ਨੂੰ ਅਸੀਂ ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ, ਬੀ ਦੇ ਨਾਲ। ਤੇ ਮੈਗਨੈਟਿਕ ਫੀਲਡ ਕੀ ਆ, ਇੱਕ ਵੈਕਟਰ ਕੁਆਂਟਿਟੀ ਆ। ਅਸੀਂ ਇਸ ਬੀ ਨੂੰ ਬਾਅਦ ਵਿੱਚ ਡਿਫਾਈਨ ਕਰ ਲਵਾਂਗੇ, ਮੈਂ ਇੱਥੇ ਸਿਰਫ ਦੱਸਣ ਵਾਸਤੇ ਕਹਿ ਰਿਹਾ ਵਾਂ ਕਿ ਮੈਗਨੈਟਿਕ ਫੀਲਡ ਨੂੰ ਬੀ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਵਾ। ਹੁਣ ਦੇਖੋ, ਜਦੋਂ ਅਸੀਂ ਇੱਕ ਚਾਰਜ ਪਾਰਟੀਕਲ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਹਾਂ, ਜਿਵੇਂ ਮੈਂ ਕਹਿੰਦਾ ਵਾਂ ਕਿ ਮੰਨ ਲਓ ਇਹ ਕੀ ਆ, ਇੱਕ ਚਾਰਜ ਪਾਰਟੀਕਲ ਆ, ਤੇ ਇਸ ਚਾਰਜ ਪਾਰਟੀਕਲ ਨੂੰ ਜਦੋਂ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਆ ਨਾ, ਤੇ ਅਸੀਂ ਇਹ ਚੀਜ਼ ਅਬਜ਼ਰਵ ਕਰਦੇ ਹਾਂ ਕਿ ਜਦੋਂ ਇਹ ਚਾਰਜ ਪਾਰਟੀਕਲ ਮੂਵ ਕਰਦਾ ਵਾ ਨਾ, ਉਦੋਂ ਇਹਦੇ ਉੱਪਰ ਇੱਕ ਵੱਖਰੀ ਤਰ੍ਹਾਂ ਦੀ ਫੋਰਸ ਲੱਗਦੀ ਆ। ਤੇ ਉਹ ਜਿਹੜੀ ਫੋਰਸ ਲੱਗਦੀ ਆ ਨਾ, ਉਹ ਕੀ ਕਰਦੀ ਆ, ਇਸ ਚਾਰਜ ਪਾਰਟੀਕਲ ਨੂੰ ਸਰਕੂਲਰਲੀ ਮੂਵ ਕਰਵਾ ਦਿੰਦੀ ਆ, ਮਤਲਬ ਸਰਕੂਲਰ ਮੋਸ਼ਨ ਦੇ ਵਿੱਚ ਲਿਆ ਦਿੰਦੀ ਆ। ਹੁਣ ਇਸ ਚੀਜ਼ ਨੂੰ ਆਪਾਂ ਧਿਆਨ ਦੇ ਨਾਲ ਦੇਖਦੇ ਹਾਂ। ਮੰਨ ਲਓ ਮੈਂ ਇੱਥੇ ਕੀ ਕੀਤਾ, ਮੈਂ ਇੱਥੇ ਇੱਕ ਚਾਰਜ ਰੱਖਿਆ ਤੇ ਮੇਰੇ ਕੋਲੋਂ ਕੀ ਆ, ਇੱਕ ਹੋਰ ਚਾਰਜ ਵਾ, ਮੈਂ ਦੋ ਚਾਰਜ ਰੱਖਦਾ, ਇੱਕ ਚਾਰਜ ਇਹ ਆ ਤੇ ਇੱਕ ਚਾਰਜ ਇਹ ਆ। ਮੰਨ ਲਓ ਇਹਦੀ ਸਟਰੈਂਥ ਕਿੰਨੀ ਆ, Q1 ਆ, ਤੇ ਇਹਦੀ ਸਟਰੈਂਥ ਕਿੰਨੀ ਆ, Q2 ਆ, ਤੇ ਦੋਨੋਂ ਹੀ ਕੀ ਕਰ ਰਹੇ ਆ, ਮੈਗਨੈਟਿਕ ਫੀਲਡ ਦੇ ਵਿੱਚ ਮੂਵ ਕਰ ਰਹੇ ਆ। ਤੇ ਮੈਂ ਇਹ ਚੀਜ਼ ਨੋਟ ਕਰਦਾ ਵਾਂ ਕਿ ਜਿਹਦੇ ਮੈਗਨੀਟਿਊਡ ਜ਼ਿਆਦਾ ਵਾ ਨਾ, ਉਹਦੇ ਉੱਤੇ ਜ਼ਿਆਦਾ ਫੋਰਸ ਲੱਗਦੀ ਆ। ਮਤਲਬ ਜਿਸ ਚਾਰਜ ਪਾਰਟੀਕਲ ਦਾ ਮੈਗਨੀਟਿਊਡ ਜ਼ਿਆਦਾ ਵਾ, ਉਹਦੇ 'ਤੇ ਜ਼ਿਆਦਾ ਫੋਰਸ ਲੱਗਦੀ ਆ। ਜਿਵੇਂ ਮੈਂ ਕਹਾਂ ਕਿ ਮੰਨ ਲਓ ਇੱਕ 5 ਕੂਲਮ ਆ ਤੇ ਇੱਕ 3 ਕੂਲਮ ਆ, ਤੇ ਮੈਂ ਇਹ ਅਬਜ਼ਰਵ ਕਰਦਾ ਵਾਂ ਕਿ 5 ਕੂਲਮ ਵਾਲੇ 'ਤੇ ਜ਼ਿਆਦਾ ਫੋਰਸ ਲੱਗਦੀ ਆ, ਤੇ ਮੈਂ ਇੱਕ ਨਿਯਮ ਬਣਾ ਲਿਆ ਕਿ ਜਿਹਦਾ ਮੈਗਨੀਟਿਊਡ ਜ਼ਿਆਦਾ ਹੋਏਗਾ, ਮਤਲਬ ਜਿਹਦੇ ਉੱਪਰ ਜ਼ਿਆਦਾ ਚਾਰਜ ਹੋਏਗਾ, ਉਹਦੇ ਉੱਪਰ ਜ਼ਿਆਦਾ ਫੋਰਸ ਲੱਗਦੀ ਆ। ਕਿਹੜੀ ਫੋਰਸ? ਮੈਗਨੈਟਿਕ ਫੋਰਸ। ਸੈਕੰਡਲੀ ਅਸੀਂ ਕੀ ਕੀਤਾ ਕਿ ਦੋ ਚਾਰਜ ਪਾਰਟੀਕਲ ਲਏ ਜਿਨ੍ਹਾਂ ਦੇ ਉੱਪਰ ਕੀ ਆ, ਸੇਮ ਚਾਰਜ ਵਾ। ਸੇਮ ਚਾਰਜ ਕਿੰਨਾ ਵਾ, Q ਤੇ Q। ਤੇ ਇੱਕ ਚਾਰਜ ਮੂਵ ਕਰ ਰਿਹਾ ਵਾ v1 ਵੈਲੋਸਿਟੀ ਦੇ ਨਾਲ, ਤੇ ਇੱਕ ਚਾਰਜ ਮੂਵ ਕਰ ਰਿਹਾ ਵਾ v2 ਵੈਲੋਸਿਟੀ ਦੇ ਨਾਲ।
ਤੇ ਅਸੀਂ ਇਹ ਅਬਜ਼ਰਵ ਕਰਦੇ ਹਾਂ ਕਿ ਜਿਹਦੀ ਸਪੀਡ ਜ਼ਿਆਦਾ ਵਾ ਨਾ ਉਹਦੇ ਤੇ ਜ਼ਿਆਦਾ ਫੋਰਸ ਲੱਗਦੀ ਆ। ਤੇ ਇੱਥੋਂ ਅਸੀਂ ਇੱਕ ਨਿਯਮ ਬਣਾ ਲਿਆ ਕਿ ਜਿਸ ਚਾਰਜ ਪਾਰਟੀਕਲ ਦੀ ਸਪੀਡ ਜ਼ਿਆਦਾ ਹੋਏਗੀ ਉਹਦੇ ਉੱਤੇ ਕੀ ਆ, ਜ਼ਿਆਦਾ ਫੋਰਸ ਲੱਗੇਗੀ। ਤੇ ਤੀਸਰੀ ਚੀਜ਼ ਅਸੀਂ ਅਬਜ਼ਰਵ ਕੀਤੀ ਆ ਕਿ ਜੇਕਰ ਚਾਰਜ ਪਾਰਟੀਕਲ ਦੇ ਉੱਪਰ ਜ਼ਿਆਦਾ ਫੋਰਸ ਲੱਗਦੀ ਆ ਤੇ ਇਹਦਾ ਮਤਲਬ ਇਹ ਵੀ ਹੋ ਸਕਦਾ ਵਾ ਕਿ ਉੱਥੇ ਮੈਗਨੈਟਿਕ ਫੀਲਡ ਜ਼ਿਆਦਾ ਵਾ। ਜਾਂ ਮੈਂ ਇਦਾਂ ਕਹਾਂ ਕਿ ਤੀਸਰਾ ਨਿਯਮ ਮੇਰੇ ਕੋਲੋਂ ਇਹ ਬਣਦਾ ਵਾ, ਜ਼ਿਆਦਾ ਮੈਗਨੈਟਿਕ ਫੀਲਡ ਵਾ ਤੇ ਜ਼ਿਆਦਾ ਫੋਰਸ ਲੱਗਦੀ ਆ। ਇਹਨੂੰ ਮੈਂ ਕਿਵੇਂ ਡਿਫਾਈਨ ਕਰਾਂਗਾ? ਮੰਨ ਲਓ ਇਹ ਚਾਰਜ ਜਿਹੜਾ ਵਾ ਮੈਂ ਇਸ ਮੈਗਨੈਟਿਕ ਫੀਲਡ ਦੇ ਵਿੱਚ ਰੱਖਿਆ ਤੇ ਇਹ v ਵੈਲੋਸਿਟੀ ਦੇ ਨਾਲ ਮੂਵ ਕਰ ਰਿਹਾ ਵਾ। ਸੈਕੰਡਲੀ ਮੈਂ ਕੀ ਕੀਤਾ, ਇਸ ਚਾਰਜ ਦੀ ਜਾਂ ਇਸ ਮੈਗਨੈਟਿਕ ਫੀਲਡ ਦੀ ਕੀ ਕੀਤੀ, ਸਟਰੈਂਥ ਵਧਾਤੀ। ਤੇ ਜਦੋਂ ਮੈਂ ਇਸ ਮੈਗਨੈਟਿਕ ਫੀਲਡ ਦੀ ਸਟਰੈਂਥ ਵਧਾਈ ਨਾ ਤੇ ਮੈਂ ਨੋਟ ਕਰਦਾ ਵਾਂ ਕਿ ਇਸ ਚਾਰਜ ਦੇ ਉੱਪਰ ਜ਼ਿਆਦਾ ਫੋਰਸ ਲੱਗਦੀ ਆ ਤੇ ਮੈਂ ਇਹ ਤੀਸਰਾ ਨਿਯਮ ਬਣਾ ਲਿਆ। ਹੁਣ ਦੇਖੋ, ਜਦੋਂ ਵੀ ਅਸੀਂ ਫਿਜ਼ਿਕਸ ਦੇ ਵਿੱਚ ਕੋਈ ਨਿਯਮ ਬਣਾਉਂਦੇ ਆ ਨਾ ਪ੍ਰਪੋਰਸ਼ਨੈਲਿਟੀ ਵਾਲਾ, ਉੱਥੇ ਸਾਡਾ ਇੱਕ ਰੂਲ ਹੁੰਦਾ ਵਾ ਕਿ ਇੱਕ ਟਾਈਮ ਤੁਸੀਂ ਇੱਕੋ ਚੀਜ਼ ਨੂੰ ਵੇਰੀ ਕਰਾਉਣਾ ਵਾ। ਜਿਵੇਂ ਮੈਂ ਇੱਥੇ ਕਿਹਾ ਸੀ ਕਿ ਪਹਿਲੇ ਟਾਈਮ ਅਸੀਂ ਕੀ ਕੀਤਾ ਵਾ ਕਿ ਦੋ ਚਾਰਜ ਲਏ ਆ ਜਿਹਦੇ ਉੱਪਰ ਵੱਖਰਾ ਵੱਖਰਾ ਚਾਰਜ ਆ ਤੇ ਬਾਕੀ ਕੀ ਆ, ਬਾਕੀ ਚੀਜ਼ਾਂ ਮੈਂ ਕਾਂਸਟੈਂਟ ਲਈਆਂ। ਪਹਿਲੇ ਕੇਸ ਦੇ ਵਿੱਚ ਮੈਂ ਮੈਗਨੈਟਿਕ ਫੀਲਡ ਵੀ ਕਾਂਸਟੈਂਟ ਰੱਖਿਆ ਤੇ ਵੈਲੋਸਿਟੀ ਵੀ ਕਾਂਸਟੈਂਟ ਰੱਖੀ। ਮਤਲਬ ਦੋਨਾਂ ਚਾਰਜ ਪਾਰਟੀਕਲ ਕੋਲੋਂ ਸੇਮ ਵੈਲੋਸਿਟੀ ਆ ਤੇ ਸੇਮ ਮੈਗਨੈਟਿਕ ਫੀਲਡ ਦੇ ਵਿੱਚ ਆ। ਵੇਰੀ ਅਸੀਂ ਕਿਹਨੂੰ ਕਰਾ ਰਹੇ ਹਾਂ, ਚਾਰਜ ਨੂੰ। ਤੇ ਜਿਹਦੇ ਕੋਲੋਂ ਜ਼ਿਆਦਾ ਚਾਰਜ ਵਾ ਉੱਤੇ ਜ਼ਿਆਦਾ ਫੋਰਸ ਲੱਗਦੀ ਆ। ਸੈਕੰਡ ਟਾਈਮ ਅਸੀਂ ਕੀ ਕਿਹਾ ਕਿ ਮੈਗਨੈਟਿਕ ਫੀਲਡ ਵੀ ਕਾਂਸਟੈਂਟ ਆ ਤੇ ਚਾਰਜ ਵੀ ਕਾਂਸਟੈਂਟ ਆ। ਫਰਕ ਕੀ ਆ, ਮਤਲਬ ਦੋ ਚਾਰਜ ਲਏ ਆ, ਉਹ ਵੱਖਰੀ ਵੱਖਰੀ ਸਪੀਡ ਦੇ ਨਾਲ ਮੂਵ ਕਰਦੇ ਪਏ ਆ, ਪਰ ਉਹਨਾਂ ਚਾਰਜ ਦੇ ਉੱਪਰ ਜਿਹੜਾ ਮੈਗਨੀਟਿਊਡ ਆਫ ਚਾਰਜ ਆ, ਮਤਲਬ ਉਹਦੀ ਸਟਰੈਂਥ ਕੀ ਆ, ਸੇਮ ਆ। ਤੇ ਤੀਸਰੇ ਦੇ ਵਿੱਚ ਅਸੀਂ ਕੀ ਲਿਆ, ਕਾਂਸਟੈਂਟ। ਤੀਸਰੇ ਦੇ ਵਿੱਚ ਅਸੀਂ Q ਤੇ V ਕਾਂਸਟੈਂਟ ਲਈ। ਮਤਲਬ ਇੱਕ ਚਾਰਜ ਪਾਰਟੀਕਲ ਨੂੰ ਲਿਆ ਤੇ ਉਹਨੂੰ, ਉਹ ਚਾਰਜ ਪਾਰਟੀਕਲ ਕਿਸੇ ਵੈਲੋਸਿਟੀ ਦੇ ਨਾਲ ਮੂਵ ਕਰ ਰਿਹਾ ਸੀ ਤੇ ਤੁਸੀਂ ਕੀ ਅਬਜ਼ਰਵ ਕੀਤਾ, ਤੁਸੀਂ ਇੱਕ ਮੈਗਨੈਟਿਕ ਫੀਲਡ ਦੇ ਵਿੱਚ ਉਹਦੇ ਤੇ ਫੋਰਸ ਅਬਜ਼ਰਵ ਕੀਤੀ ਤੇ ਜਦੋਂ ਮੈਗਨੈਟਿਕ ਫੀਲਡ ਜਿਹੜਾ ਵਾ ਉਹ ਵਧਾਉਂਦੇ ਜੋ ਤਾਂ ਤੁਸੀਂ ਜ਼ਿਆਦਾ ਫੋਰਸ ਅਬਜ਼ਰਵ ਕਰਦੇ ਜੋ। ਮਤਲਬ ਕਿ ਇਹ ਜਿਹੜੀਆਂ ਕੁਆਂਟੀਟੀਜ਼ ਆ ਨਾ, ਇਹ ਕੀ ਆ, ਅਸੀਂ ਪਹਿਲੀ ਵਾਰੀ ਇਹ ਕਾਂਸਟੈਂਟ ਲਈਆਂ, ਦੂਜੀ ਵਾਰੀ ਇਹ ਕਾਂਸਟੈਂਟ ਲਈਆਂ ਤੇ ਤੀਜੀ ਵਾਰੀ ਇਹ ਕਾਂਸਟੈਂਟ ਲਈਆਂ। ਹੁਣ ਅਸੀਂ ਇੱਕ ਚੀਜ਼ ਹੋਰ ਅਬਜ਼ਰਵ ਕਰਦੇ ਹਾਂ ਇਹਦੇ ਵਿੱਚ ਕਿ ਜੇਕਰ ਜਿਹੜਾ ਚਾਰਜ ਪਾਰਟੀਕਲ ਆ ਉਹ ਥੀਟਾ ਇਜ਼ ਇਕੁਅਲ ਟੂ 0 ਦੇ ਨਾਲ ਮੂਵ ਕਰਦਾ ਵਾ। ਥੀਟਾ ਇਜ਼ ਇਕੁਅਲ ਟੂ 0 ਦੇ ਨਾਲ ਮੂਵ ਕਰਨ ਦਾ ਮਤਲਬ ਕੀ ਆ ਕਿ ਜੇਕਰ ਚਾਰਜ ਪਾਰਟੀਕਲ ਜਿਹੜਾ ਵਾ ਉਹ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਮੂਵ ਕਰਦਾ ਵਾ ਇੱਧਰ ਨੂੰ, ਤੇ ਫਿਰ ਕੀ ਹੋਏਗਾ, ਫਿਰ ਸਾਨੂੰ ਪਤਾ ਵਾ ਵੈਲੋਸਿਟੀ ਵੈਕਟਰ ਤੇ ਮੈਗਨੈਟਿਕ ਫੀਲਡ ਦੇ ਵਿੱਚ ਐਂਗਲ ਕਿੰਨਾ ਬਣਨਾ ਵਾ, 0 ਬਣਨਾ ਵਾ। ਇਹ ਜਿਹੜਾ ਥੀਟਾ ਵਾ ਨਾ, ਇਹ ਥੀਟਾ ਕਿਹਦੇ ਵਿਚਲਾ ਐਂਗਲ ਆ, ਥੀਟਾ ਇਜ਼ ਐਂਗਲ ਬਿਟਵੀਨ ਵੈਲੋਸਿਟੀ ਵੈਕਟਰ ਐਂਡ ਮੈਗਨੈਟਿਕ ਫੀਲਡ। ਜਦੋਂ ਥੀਟਾ 0 ਵਾ ਨਾ, ਉਦੋਂ ਮੈਗਨੈਟਿਕ ਫੋਰਸ ਕੀ ਆ, ਉਦੋਂ ਮੈਗਨੈਟਿਕ ਫੋਰਸ ਵੀ 0 ਆ। ਤੇ ਦੂਸਰਾ ਅਸੀਂ ਅਬਜ਼ਰਵ ਕੀਤਾ ਕਿ ਜਦੋਂ ਇਹੋ ਹੀ ਚਾਰਜ ਪਾਰਟੀਕਲ ਜਿਹੜਾ ਵਾ ਉਹ 90 ਡਿਗਰੀ ਤੇ ਐਂਟਰ ਹੁੰਦਾ ਵਾ, ਜਦੋਂ ਇਹ 90 ਡਿਗਰੀ ਤੇ ਮੈਗਨੈਟਿਕ ਫੀਲਡ ਦੇ ਨਾਲ ਐਂਟਰ ਹੁੰਦਾ ਵਾ ਤੇ ਉਦੋਂ ਅਸੀਂ ਕੀ ਦੇਖਦੇ ਹਾਂ ਕਿ ਚਾਰਜ ਦੇ ਉੱਪਰ ਮੈਕਸਿਮਮ ਫੋਰਸ ਲੱਗਦੀ ਆ। ਮਤਲਬ ਮੈਗਨੈਟਿਕ ਜਿਹੜੀ ਫੋਰਸ ਵਾ ਉਹ ਕੀ ਆ, ਉਹ ਬਹੁਤ ਜ਼ਿਆਦਾ ਵਾ, ਮੈਕਸਿਮਮ। ਤੇ ਬਾਕੀ ਐਂਗਲਸ ਜਿਹੜੇ 0 ਤੋਂ ਲੈ ਕੇ 90 ਦੇ ਵਿੱਚ ਰਹਿ ਗਏ, ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ 0 ਦੇ ਉੱਪਰ ਕੋਈ ਫੋਰਸ ਨਹੀਂ ਆ। ਹੁਣ 0 ਕੀ ਆ, ਐਂਗਲ ਕਿਹਦੇ ਵਿੱਚ, ਐਂਗਲ ਬਿਟਵੀਨ ਮੈਗਨੈਟਿਕ ਫੀਲਡ ਐਂਡ ਵੈਲੋਸਿਟੀ ਵੈਕਟਰ। ਜਿਵੇਂ ਅਸੀਂ ਕਿਹਾ ਕਿ ਜੇਕਰ ਚਾਰਜ ਪਾਰਟੀਕਲ ਇੱਧਰ ਨੂੰ ਮੂਵ ਕਰ ਰਿਹਾ ਵਾ ਤੇ ਮੈਗਨੈਟਿਕ ਫੀਲਡ ਵੀ ਇੱਧਰ ਨੂੰ ਆ ਤੇ ਚਾਰਜ ਪਾਰਟੀਕਲ ਵੀ ਇੱਧਰ ਨੂੰ ਮੂਵ ਕਰ ਰਿਹਾ ਤੇ ਕੋਈ ਫੋਰਸ ਨਹੀਂ ਲੱਗਦੀ। ਤੇ ਜੇਕਰ ਚਾਰਜ ਪਾਰਟੀਕਲ 90 ਡਿਗਰੀ ਤੇ ਮੂਵ ਕਰ ਰਿਹਾ, ਮਤਲਬ ਮੈਗਨੈਟਿਕ ਫੀਲਡ ਇੱਧਰ ਆ ਤੇ ਚਾਰਜ ਪਾਰਟੀਕਲ ਇਸ ਤਰੀਕੇ ਨਾਲ ਇੱਧਰ ਨੂੰ ਮੂਵ ਕਰ ਰਿਹਾ ਵਾ ਤੇ ਫੋਰਸ ਕੀ ਆ, ਮੈਕਸਿਮਮ ਲੱਗਦੀ ਆ। ਤੇ ਅਸੀਂ ਬਾਕੀ ਐਂਗਲਸ ਦੀ ਗੱਲ ਕਰੀਏ ਕਿ ਜੇਕਰ ਅਸੀਂ ਦੇਖੀਏ ਨਾ ਕਿ ਚਾਰਜ ਪਾਰਟੀਕਲ ਜਿਹੜਾ ਵਾ ਉਹ ਮੈਗਨੈਟਿਕ ਫੀਲਡ ਦੇ ਨਾਲ 10 ਡਿਗਰੀ ਐਂਗਲ ਬਣਾਉਂਦਾ ਵਾ ਜਾਂ 20 ਡਿਗਰੀ ਐਂਗਲ ਬਣਾਉਂਦਾ ਵਾ ਜਾਂ 30 ਡਿਗਰੀ ਐਂਗਲ ਬਣਾਉਂਦਾ ਵਾ,
ਤੇ ਅਸੀਂ ਇਹ ਸਾਰੀਆਂ ਆਬਜ਼ਰਵੇਸ਼ਨ ਨੋਟ ਕਰੀਏ ਨਾ ਤੇ ਸਾਨੂੰ ਇਹ ਪਤਾ ਚੱਲਦਾ ਵਾ, ਐਕਸਪੈਰੀਮੈਂਟਲੀ ਸਾਨੂੰ ਇਹ ਪਤਾ ਚੱਲਦਾ ਵਾ ਕਿ ਜਦੋਂ ਤੁਸੀਂ 0 ਤੋਂ 90 ਵੱਲ ਨੂੰ ਵੱਧਦੇ ਜੋ ਨਾ, ਮੈਗਨੈਟਿਕ ਫੋਰਸ ਕੀ ਆ, ਮੈਗਨੈਟਿਕ ਫੋਰਸ ਵੀ ਵੱਧਦੀ ਆ। ਮਤਲਬ 0 ਤੇ ਥੀਟਾ 0 ਤੇ 0 ਆ, 10 ਡਿਗਰੀ ਤੇ ਥੋੜਾ ਜਿਹਾ ਜ਼ਿਆਦਾ ਫੋਰਸ ਲੱਗਦੀ ਆ, 20 ਤੇ ਹੋਰ ਜ਼ਿਆਦਾ ਲੱਗਦੀ ਆ, 30 ਤੇ ਹੋਰ ਜ਼ਿਆਦਾ ਲੱਗਦੀ ਆ, ਤੇ ਸਭ ਤੋਂ ਜ਼ਿਆਦਾ ਕਿੱਥੇ ਲੱਗਦੀ ਆ, 90 ਦੇ ਉੱਤੇ ਲੱਗਦੀ ਆ। ਇਹਦਾ ਮਤਲਬ ਜਿਹੜੀ ਮੈਗਨੈਟਿਕ ਫੋਰਸ ਵਾ ਉਹ 90 ਡਿਗਰੀ ਦੇ ਉੱਪਰ ਸਭ ਤੋਂ ਜ਼ਿਆਦਾ ਲੱਗਦੀ ਆ। ਹੁਣ ਆਪਾਂ ਇਹਨੂੰ ਇਦਾਂ ਲਿਖ ਸਕਦੇ ਹਾਂ ਕਿ ਜਦੋਂ ਥੀਟਾ 0 ਆ ਤੇ ਜਦੋਂ ਥੀਟਾ 90 ਆ, ਮੈਗਨੈਟਿਕ ਫੋਰਸ 0, ਮੈਗਨੈਟਿਕ ਫੋਰਸ ਮੈਕਸੀਮਮ। ਇਹ ਕਿਹਦਾ ਕਰੈਕਟਰ ਵਾ ਕਿ 0 ਤੋਂ 90 ਵੱਲ ਨੂੰ ਵਧੀਏ ਤੇ ਵੈਲਿਊ ਜਿਹੜੀ ਆ ਉਹ ਵੱਧਦੀ ਜਾਵੇ। ਤੇ ਸਾਨੂੰ ਪਤਾ ਵਾ ਇਹ ਕਿਹਦਾ ਕਰੈਕਟਰ ਵਾ, ਇਹ ਸਾਈਨ ਦਾ ਕਰੈਕਟਰ ਵਾ, ਕਿਉਂਕਿ ਸਾਨੂੰ ਪਤਾ ਵਾ ਕਿ ਜੇਕਰ ਅਸੀਂ ਸਾਈਨ 0 ਲਈਏ, ਸਾਈਨ 0 ਲਈਏ ਤੇ ਵੈਲਿਊ ਕਿੰਨੀ ਆ, 0 ਵਾ, ਤੇ ਸਾਈਨ 90 ਲਈਏ ਤੇ ਵੈਲਿਊ ਕਿੰਨੀ ਆ, +1, ਜਿਹੜੀ ਕਿ ਕੀ ਆ, ਮੈਕਸੀਮਮ ਵੈਲਿਊ ਆ। ਸਾਨੂੰ ਇਹ ਜਿਹੜੇ ਚਾਰਜ ਪਾਰਟੀਕਲ ਦਾ ਮੂਵ ਕਰਨਾ ਵਾ ਨਾ, ਮਤਲਬ ਵੱਖਰੇ ਵੱਖਰੇ ਐਂਗਲਸ ਦੇ ਨਾਲ, ਉਹ ਕੀ ਆ, ਉਹਦਾ ਕਰੈਕਟਰ ਸਾਈਨ ਦੇ ਨਾਲ ਰਲਦਾ ਵਾ। ਤੇ ਅਸੀਂ ਇੱਥੇ ਕੀ ਕਹਿੰਦੇ ਆ, ਅਸੀਂ ਇੱਥੇ ਇੱਕ ਚੌਥੀ ਇਕੁਏਸ਼ਨ ਬਣਾਉਂਦੇ ਆ ਕਿ ਇਹ ਜਿਹੜੀ ਫੋਰਸ ਵਾ ਇਹ ਡਿਪੈਂਡ ਕਰਦੀ ਆ ਸਾਈਨ ਥੀਟਾ ਦੇ ਉੱਪਰ। ਤੇ ਇਹ ਥੀਟਾ ਕੀ ਆ, ਥੀਟਾ ਜਿਵੇਂ ਮੈਂ ਇੱਥੇ ਕਿਹਾ ਕਿ ਥੀਟਾ ਇਜ਼ ਐਂਗਲ ਬਿਟਵੀਨ ਵੈਲੋਸਿਟੀ ਵੈਕਟਰ ਐਂਡ ਮੈਗਨੈਟਿਕ ਫੀਲਡ। ਵੈਲੋਸਿਟੀ ਵੈਕਟਰ ਮਤਲਬ ਜਿੱਧਰ ਨੂੰ ਚਾਰਜ ਪਾਰਟੀਕਲ ਮੂਵ ਕਰ ਰਿਹਾ ਵਾ ਉਹੀ ਡਾਇਰੈਕਸ਼ਨ ਹੁੰਦੀ ਆ ਵੈਲੋਸਿਟੀ ਵੈਕਟਰ ਦੀ, ਤੇ ਮੈਗਨੈਟਿਕ ਫੀਲਡ ਜਿੱਧਰ ਨੂੰ ਉਸ ਜਗ੍ਹਾ ਤੇ ਲੱਗਾ ਹੋਇਆ ਵਾ। ਤੇ ਅਸੀਂ ਇੱਥੇ ਦੇਖਿਆ ਵਾ ਕਿ ਸਾਈਨ ਥੀਟਾ ਤੇ ਡਿਪੈਂਡ ਕਰਦਾ ਵਾ। ਸਾਈਨ ਥੀਟਾ ਤੇ ਮੈਂ ਇੱਕ ਵਾਰੀ ਫੇਰ ਸਮਝਾ ਦਿੰਦਾ ਵਾਂ ਕਿ ਜੇਕਰ ਥੀਟਾ 0 ਵਾ ਤੇ ਸਾਈਨ 0 ਕੀ ਹੋ ਜਾਣਾ, 0 ਹੋ ਜਾਣਾ, ਕੋਈ ਫੋਰਸ ਨਹੀਂ ਲੱਗਦੀ। ਤੇ ਜੇਕਰ ਥੀਟਾ 90 ਆ ਨਾ ਤੇ ਮੈਕਸੀਮਮ ਫੋਰਸ ਲੱਗਦੀ ਆ। ਮਤਲਬ ਇਹ ਐਕਸਪੈਰੀਮੈਂਟਲੀ ਅਬਜ਼ਰਵ ਕੀਤਾ ਗਿਆ ਵਾ ਕਿ ਜਦੋਂ ਇੱਕ ਚਾਰਜ ਪਾਰਟੀਕਲ ਜਿਹੜਾ ਵਾ ਮੈਗਨੈਟਿਕ ਫੀਲਡ ਦੇ ਨਾਲ 90 ਡਿਗਰੀ ਦਾ ਐਂਗਲ ਬਣਾਉਂਦਾ ਵਾ ਨਾ, ਉਦੋਂ ਹੀ ਸਭ ਤੋਂ ਜ਼ਿਆਦਾ ਫੋਰਸ ਲੱਗਦੀ ਆ। ਤੇ ਆਪਾਂ ਇਹਦੇ ਇਸ ਕਰੈਕਟਰ ਤੋਂ ਸੋਚ ਲਿਆ ਕਿ ਇਹ ਸਾਈਨ ਦਾ ਕਰੈਕਟਰ ਆ, ਟ੍ਰਿਗਨੋਮੈਟਰੀ ਆਇਡੈਂਟੀਟੀ ਸਾਈਨ ਆ ਇੱਕ, ਤੇ ਉਹਦਾ ਕਰੈਕਟਰ ਵਾ, ਤੇ ਅਸੀਂ ਕਹਿਤਾ ਕਿ ਇਹ ਸਾਈਨ ਥੀਟਾ ਤੇ ਡਿਪੈਂਡ ਕਰਦਾ ਵਾ। ਹੁਣ ਇਹ ਮੇਰੇ ਕੋਲੋਂ ਕੀ ਆ ਗਈ, 4 ਨੰਬਰ ਇਕੁਏਸ਼ਨ ਆ ਗਈ। ਅਸੀਂ ਇਹਨਾਂ ਚੌਵਾਂ ਇਕੁਏਸ਼ਨਸ ਨੂੰ ਜੇਕਰ ਇਕੱਠਾ ਕਰਕੇ ਲਿਖੀਏ ਤੇ ਸਾਡੇ ਕੋਲੋਂ ਕੀ ਬਣਦਾ ਵਾ, F ਡਾਇਰੈਕਟਲੀ ਪ੍ਰੋਪੋਰਸ਼ਨਲ ਟੂ Q V B ਸਾਈਨ ਥੀਟਾ। ਸਾਡੇ ਕੋਲੋਂ ਇਹ ਮੈਗਨੈਟਿਕ ਫੋਰਸ ਦੀ ਇਕੁਏਸ਼ਨ ਆਉਂਦੀ ਆ। ਤੁਸੀਂ ਇੱਥੇ FM ਲਿਖ ਲਓ ਜਾਂ FB ਲਿਖ ਲਓ, ਕੋਈ ਫਰਕ ਨਹੀਂ ਆ। ਤੁਸੀਂ ਮਤਲਬ M ਸਿੰਬਲ ਜੇ ਮੈਗਨੈਟਿਕ ਵਾਸਤੇ ਰੱਖਣਾ ਤੇ ਇੱਥੇ ਯੂਜ਼ ਕਰ ਸਕਦੇ ਜੋ, ਤੇ ਜਾਂ ਤੁਸੀਂ ਇਦਾਂ ਕਰੋ ਕਿ ਇੱਥੇ ਪੂਰਾ ਵੀ ਲਿਖ ਸਕਦੇ ਜੋ MF, ਮਤਲਬ ਮੈਗਨੈਟਿਕ ਫੋਰਸ, ਮਤਲਬ ਇਹ ਤੁਹਾਡੀ ਮਰਜ਼ੀ ਆ। ਹੁਣ ਦੇਖੋ ਜਿਹੜੀ ਮੈਗਨੈਟਿਕ ਫੋਰਸ ਵਾ ਨਾ ਉਹ ਕੀ ਆ, QVB ਸਾਈਨ ਥੀਟਾ ਆਈ। ਤੇ ਜੇਕਰ ਅਸੀਂ ਕਹੀਏ ਕਿ ਜਦੋਂ ਸਾਈਨ ਥੀਟਾ ਸਾਈਨ 90 ਦੇ ਬਰਾਬਰ ਆ, ਮਤਲਬ if ਥੀਟਾ ਇਜ਼ ਇਕੁਅਲ ਟੂ 90, ਤੇ ਫਿਰ ਆਪਾਂ ਇਸ ਇਕੁਏਸ਼ਨ ਨੂੰ ਕੀ ਲਿਖ ਸਕਦੇ ਹਾਂ, ਇਸ ਇਕੁਏਸ਼ਨ ਨੂੰ ਲਿਖ ਸਕਦੇ ਹਾਂ QVB। ਹੁਣ ਮੈਂ ਥੀਟਾ 90 ਕਿਉਂ ਕਿਹਾ, ਮੈਂ ਥੀਟਾ 90 ਇਸ ਕਰਕੇ ਕਹਿ ਰਿਹਾ ਵਾਂ ਕਿ ਮੈਂ ਇਸ ਪ੍ਰਪੋਰਸ਼ਨਲ ਦੇ ਸਾਈਨ ਨੂੰ ਹਟਾਉਣਾ ਚਾਹੁੰਦਾ ਵਾਂ, ਤੇ ਮੈਂ ਇਸ ਪ੍ਰਪੋਰਸ਼ਨਲ ਦੇ ਸਾਈਨ ਨੂੰ ਥੀਟਾ 90 ਕਰਕੇ ਹਟਾ ਲੈਣਾ, ਕਿਉਂਕਿ ਜੇ ਇਹ ਇਕੁਏਸ਼ਨ ਬਣੀ ਹੋਈ ਹੈ ਨਾ, ਇਹ ਤਾਂ ਸਾਰੇ ਥੀਟਾ ਦੇ ਉੱਪਰ ਵੈਲਿਡ ਹੋਏਗੀ, ਭਾਵੇਂ ਥੀਟਾ 10 ਡਿਗਰੀ ਲੈ ਲਓ, ਭਾਵੇਂ 20 ਡਿਗਰੀ ਲੈ ਲਓ, ਭਾਵੇਂ 30 ਡਿਗਰੀ ਲੈ ਲਓ। ਥੀਟਾ ਜਿਹੜਾ ਵਾ 0 ਡਿਗਰੀ ਨਹੀਂ ਲੈਣਾ, 0 ਡਿਗਰੀ ਦੇ ਨਾਲ ਮੈਗਨੈਟਿਕ ਫੋਰਸ ਕੀ ਹੋ ਜਾਣੀ ਆ, 0 ਹੋ ਜਾਣੀ ਆ। ਸੋ ਅਸੀਂ ਥੀਟਾ 90 ਡਿਗਰੀ ਲੈ ਲਿਆ ਤਾਂ ਜੋ ਇਹ ਇਕੁਏਸ਼ਨ ਕੀ ਆ, ਸੋਲਵ ਹੋ ਜਾਏ। ਸੋ ਅਸੀਂ ਇੱਥੇ ਕੀ ਕੀਤਾ ਕਿ ਸਾਡੇ ਕੋਲੋਂ ਇਕੁਏਸ਼ਨ ਕੀ ਆਈ ਆ, ਫੋਰਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ QVB, ਤੇ ਅਸੀਂ ਇਸ ਪ੍ਰੋਪੋਰਸ਼ਨਲ ਦੇ ਸਾਈਨ ਨੂੰ ਹਟਾਵਾਂਗੇ ਤੇ ਸਾਨੂੰ ਪਤਾ ਵਾ ਕਿ ਇਸ ਪ੍ਰੋਪੋਰਸ਼ਨਲ ਦੇ ਸਾਈਨ ਨੂੰ ਹਟਾਵਾਂਗੇ ਤੇ ਸਾਡੇ ਕੋਲੋਂ ਕੀ ਆਏਗਾ, ਕੋਈ ਕੌਂਸਟੈਂਟ ਆਫ ਪ੍ਰਪੋਰਸ਼ਨੈਲਿਟੀ ਆਏਗਾ, ਤੇ ਅਸੀਂ ਉਸ ਕੌਂਸਟੈਂਟ ਆਫ ਪ੍ਰਪੋਰਸ਼ਨੈਲਿਟੀ ਨੂੰ ਯੂਜ਼ ਕਰ ਲੈਂਦੇ ਆ QVB, K ਲਗਾ ਲੈਂਦੇ ਆ, ਮਤਲਬ K ਕੌਂਸਟੈਂਟ ਆਫ ਪ੍ਰਪੋਰਸ਼ਨੈਲਿਟੀ ਆ। ਹੁਣ ਸਾਨੂੰ ਇਹ ਵੀ ਪਤਾ ਵਾ ਕਿ ਇਹ ਜਿਹੜੀ ਫੋਰਸ ਦੀ ਇਕੁਏਸ਼ਨ ਆ ਇਹ ਕਿੱਥੇ ਆ, ਇਹ ਮੈਗਨੈਟਿਕ ਫੀਲਡ ਦੇ ਵਿੱਚ ਆ, ਤੇ ਅਸੀਂ ਇਸੇ ਤਰੀਕੇ ਦੀ ਇੱਕ ਫੋਰਸ ਦੀ ਇਕੁਏਸ਼ਨ ਬਣਾ ਚੁੱਕੇ ਆ
ਗ੍ਰੈਵੀਟੇਸ਼ਨਲ ਫੀਲਡ ਦੇ ਵਿੱਚ। ਤੇ ਗ੍ਰੈਵੀਟੇਸ਼ਨਲ ਫੀਲਡ ਦੇ ਵਿੱਚ ਸਾਡੇ ਕੋਲੋਂ ਇਕੁਏਸ਼ਨ ਕੀ ਆਈ ਸੀ, ਸਾਨੂੰ ਪਤਾ ਵਾ ਕਿ ਗ੍ਰੈਵੀਟੇਸ਼ਨਲ ਫੀਲਡ ਦੇ ਵਿੱਚ ਆਈ ਸੀ m1 m2 ਅਪੋਨ r ਸਕੁਅਰ। ਤੇ ਜਦੋਂ ਇਸ ਇਕੁਏਸ਼ਨ ਨੂੰ ਸੋਲਵ ਕੀਤਾ ਸੀ ਤੇ ਸਾਡੇ ਕੋਲੋਂ ਕੀ ਬਣਿਆ ਸੀ, f ਇਜ਼ ਇਕੁਅਲ ਟੂ g m1 m2 ਅਪੋਨ r ਸਕੁਅਰ। ਅਸੀਂ ਪ੍ਰਪੋਰਸ਼ਨਲ ਦਾ ਸਾਈਨ ਹਟਾ ਕੇ ਇਕੁਅਲ ਦਾ ਸਾਈਨ ਲਾਇਆ ਸੀ ਤੇ ਇਹ ਜਿਹੜਾ ਇਕੁਅਲ ਦਾ ਸਾਈਨ ਲਾਇਆ ਵਾ ਨਾ, ਉਹਦੇ ਵਾਸਤੇ ਸਾਨੂੰ ਕੀ ਲਾਉਣਾ ਪਿਆ, g ਲਾਉਣਾ ਪਿਆ। ਤੇ ਇਸ g ਨੂੰ ਕੀ ਕਿਹਾ ਸੀ, ਕੌਂਸਟੈਂਟ ਆਫ ਪ੍ਰਪੋਰਸ਼ਨੈਲਿਟੀ। ਹੁਣ ਦੇਖੋ ਇਹ g ਦੀ ਵੈਲਿਊ ਬਾਅਦ ਵਿੱਚ ਸਾਨੂੰ ਕੈਵਨਡਿਸ਼ ਨੇ ਦੇ ਦਿੱਤੀ ਸੀ ਤਾਂ ਜੋ ਇਹ ਜਿਹੜੀ ਇਕੁਏਸ਼ਨ ਆ ਉਹ ਬੈਲੈਂਸ ਹੋ ਸਕੇ ਜਾਂ ਸੋਲਵ ਹੋ ਸਕੇ। ਹੁਣ ਇੱਥੇ ਕੀ ਆ, ਇੱਥੇ ਸਾਨੂੰ ਜਾਂ ਤੇ ਇਸ k ਦੀ ਵੈਲਿਊ ਦੇਣੀ ਪਏਗੀ ਤੇ ਜਾਂ ਫਿਰ ਅਸੀਂ ਕੋਸ਼ਿਸ਼ ਕਰੀਏ ਕਿ ਇਹ k ਨੂੰ 1 ਬਣਾ ਦਈਏ। ਅਸੀਂ ਕਿਸੇ ਵੀ ਫਿਜ਼ਿਕਸ ਦੀ ਇਕੁਏਸ਼ਨ ਦੇ ਵਿੱਚ k ਨੂੰ 1 ਉਦੋਂ ਹੀ ਬਣਾ ਸਕਦੇ ਹਾਂ ਜਾਂ ਉਦੋਂ ਹੀ ਲਿਖ ਸਕਦੇ ਹਾਂ ਜਦੋਂ ਉਸ ਇਕੁਏਸ਼ਨ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਕੁਆਂਟਿਟੀ ਹੋਵੇ ਜਿਹਨੂੰ ਅਜੇ ਤੱਕ ਡਿਫਾਈਨ ਨਹੀਂ ਕੀਤਾ ਗਿਆ, ਮਤਲਬ ਜਿਹਦਾ ਅਜੇ ਯੂਨਿਟ ਨਹੀਂ ਬਣਿਆ, ਜਿਹਦੀ ਅਜੇ ਡੈਫੀਨੇਸ਼ਨ ਨਹੀਂ ਬਣੀ। ਤੇ ਇੱਥੇ ਸਾਨੂੰ ਇੱਕ ਐਡਵਾਂਟੇਜ ਇਹ ਆ ਕਿ b ਦਾ ਨਾਂ ਤੇ ਅਜੇ ਤੱਕ ਕੋਈ ਯੂਨਿਟ ਬਣਿਆ ਵਾ ਤੇ ਨਾ b ਨੂੰ ਅਜੇ ਫਿਜ਼ਿਕਸ ਦੇ ਵਿੱਚ ਕਿਤੇ ਡਿਫਾਈਨ ਕੀਤਾ ਗਿਆ ਵਾ ਇਸ ਇਕੁਏਸ਼ਨ ਤੋਂ ਪਹਿਲਾਂ। ਹੁਣ ਦੇਖੋ ਇੱਥੇ ਸਾਡੇ ਕੋਲੋਂ ਇਦਾਂ ਦਾ ਕੋਈ ਐਡਵਾਂਟੇਜ ਨਹੀਂ ਸੀ, ਅਸੀਂ ਕੌਂਸਟੈਂਟ ਆਫ ਪ੍ਰਪੋਰਸ਼ਨੈਲਿਟੀ ਵਰਤਣਾ ਸੀ ਤੇ ਵਰਤਿਆ। ਕਿਵੇਂ? ਕਿਉਂਕਿ ਫੋਰਸ ਦਾ ਯੂਨਿਟ ਬਣ ਚੁੱਕਾ ਸੀ, ਫੋਰਸ ਦੀ ਡੈਫੀਨੇਸ਼ਨ ਬਣ ਚੁੱਕੀ ਸੀ, ਮਾਸ ਦਾ ਯੂਨਿਟ ਤੇ ਮਾਸ ਦੀ ਡੈਫੀਨੇਸ਼ਨ ਬਣ ਚੁੱਕੀ ਸੀ ਤੇ r ਕੀ ਆ, r ਇੱਕ ਲੈਂਥ ਆ ਤੇ ਲੈਂਥ ਵੀ ਡਿਫਾਈਨ ਹੋ ਚੁੱਕੀ ਸੀ, ਉਹਦਾ ਯੂਨਿਟ ਵੀ ਦੱਸਿਆ ਜਾ ਚੁੱਕਾ ਸੀ। ਪਰ ਇੱਥੇ ਸਾਡੇ ਕੋਲੋਂ ਕੀ ਆ, ਇੱਕ b ਇਹੋ ਜਿਹੀ ਕੁਆਂਟਿਟੀ ਆ ਜਿਹਦਾ ਨਾਂ ਤੇ ਯੂਨਿਟ ਬਣਿਆ ਵਾ, ਨਾ ਹੀ ਇਹਦੀ ਡੈਫੀਨੇਸ਼ਨ ਬਣੀ ਆ। ਸੋ ਅਸੀਂ ਕੀ ਕਰਦੇ ਆ, ਇਸ ਇਕੁਏਸ਼ਨ ਨੂੰ ਇਸ ਤਰੀਕੇ ਨਾਲ ਸੋਲਵ ਕਰਦੇ ਆ ਕਿ k ਜਿਹੜਾ ਵਾ ਉਹ 1 ਹੋ ਜੇ ਤੇ b ਦੀ ਸਾਨੂੰ ਕੀ ਆ, ਡੈਫੀਨੇਸ਼ਨ ਮਿਲ ਜੇ। ਹੁਣ ਦੇਖੋ ਮੈਂ ਇਹਨੂੰ ਇਦਾਂ ਲਿਖ ਲੈਂਦਾ ਵਾਂ ਕਿ f ਇਜ਼ ਇਕੁਅਲ ਟੂ QVB, ਇੱਥੇ k ਵੀ ਲੱਗਾ ਹੋਇਆ ਵਾ, ਮੈਂ k ਵੀ ਲਗਾ ਦਿੰਦਾ। ਤੇ ਜੇਕਰ ਮੈਂ ਇਹਨੂੰ ਕਵਾਂ ਕਿ if k ਇਜ਼ ਇਕੁਅਲ ਟੂ 1 ਤੇ ਫਿਰ ਮੈਂ ਇਦਾਂ ਕਹਿ ਸਕਦਾ ਵਾਂ ਕਿ f ਅਪੋਨ QV ਇਜ਼ ਇਕੁਅਲ ਟੂ b। ਫਿਰ ਮੇਰੇ ਕੋਲੋਂ ਇਹ ਰਿਲੇਸ਼ਨ ਬਣ ਜਾਏਗਾ ਤੇ ਮੈਂ ਇਸ ਤਰੀਕੇ ਨਾਲ ਕਹਿ ਸਕਦਾ ਵਾਂ ਕਿ ਮੈਗਨੈਟਿਕ ਫੀਲਡ ਕੀ ਆ, ਇੱਕ ਫੋਰਸ ਹੀ ਆ। ਜੇਕਰ ਕਦੋਂ ਆ, Q ਕਿੰਨਾ ਹੋਵੇ, 1 ਕੂਲਮ ਹੋਵੇ ਤੇ ਵੈਲੋਸਿਟੀ ਕਿੰਨੀ ਹੋਵੇ, 1 ਮੀਟਰ ਪਰ ਸੈਕਿੰਡ ਤੇ ਇਜ਼ ਇਕੁਅਲ ਟੂ b। ਹੁਣ ਮੈਂ ਇੱਥੋਂ ਕੀ ਆ, ਇੱਥੋਂ ਮੈਂ ਮੈਗਨੈਟਿਕ ਫੀਲਡ ਦੀ ਡੈਫੀਨੇਸ਼ਨ ਬਣਾ ਸਕਦਾ ਵਾਂ। ਜੇਕਰ 1 ਕੂਲਮ ਚਾਰਜ ਮੈਗਨੈਟਿਕ ਫੀਲਡ ਦੇ ਵਿੱਚ 1 ਮੀਟਰ ਪਰ ਸੈਕਿੰਡ ਦੇ ਨਾਲ ਮੂਵ ਕਰ ਰਿਹਾ ਵਾ ਤੇ ਜੇਕਰ ਉਹ 1 ਨਿਊਟਨ ਫੋਰਸ ਐਕਸਪੀਰੀਅੰਸ ਕਰਦਾ ਵਾ ਨਾ ਤੇ ਅਸੀਂ ਕੀ ਕਹਿ ਸਕਦੇ ਹਾਂ ਕਿ ਮੈਗਨੈਟਿਕ ਫੀਲਡ ਕਿੰਨਾ ਵਾ, 1 ਯੂਨਿਟ ਆ। ਇਹ 1 ਯੂਨਿਟ ਨੂੰ ਅਸੀਂ ਡਿਫਾਈਨ ਕਰ ਲੈਂਦੇ ਆ। 1 ਯੂਨਿਟ ਕੀ ਆ, ਜਿਵੇਂ ਮੈਂ ਦੇਖੋ ਇੱਥੇ ਫੋਰਸ ਲਿਖਿਆ ਵਾ, ਮੈਂ ਲਿਖ ਲੈਂਦਾ ਵਾ ਨਿਊਟਨ। ਇੱਥੇ ਕੀ ਲਿਖ ਲੈਂਦਾ ਵਾ, 1 ਕੂਲਮ 1 ਮੀਟਰ ਪਰ ਸੈਕਿੰਡ। ਹੁਣ ਨਿਊਟਨ ਪਰ ਕੂਲਮ ਪਰ ਮੀਟਰ ਪਰ ਸੈਕਿੰਡ ਨੂੰ ਅਸੀਂ ਕੀ ਬੋਲਦੇ ਆ, ਅਸੀਂ ਇਹਨੂੰ ਬੋਲਦੇ ਆ ਟੈਸਲਾ। ਤੇ ਮੈਂ ਇਹਨੂੰ ਕੀ ਲਿਖ ਦਿੰਦਾ ਵਾ, 1 ਟੈਸਲਾ। ਮਤਲਬ ਮੈਗਨੈਟਿਕ ਫੀਲਡ ਦਾ SI ਯੂਨਿਟ ਕੀ ਆ, ਟੈਸਲਾ। ਤੇ ਟੈਸਲਾ ਕਿਹਦੇ ਤੋਂ ਬਣਿਆ ਵਾ, ਟੈਸਲਾ ਹੈਗਾ ਏ ਨਿਊਟਨ ਪਰ ਕੂਲਮ ਮੀਟਰ ਪਰ ਸੈਕਿੰਡ, ਇਹਨੂੰ ਅਸੀਂ ਟੈਸਲਾ ਬੋਲਦੇ ਆ। ਹੁਣ ਜੇ 1 ਟੈਸਲਾ ਨੂੰ ਡਿਫਾਈਨ ਕਰਨਾ ਹੋਵੇ, ਮਤਲਬ ਮੈਗਨੈਟਿਕ ਫੀਲਡ ਦੇ 1 ਯੂਨਿਟ ਮਤਲਬ 1 ਟੈਸਲਾ ਨੂੰ ਡਿਫਾਈਨ ਕਰਨਾ ਹੋਵੇ ਤੇ ਅਸੀਂ ਕੀ ਕਹਿ ਸਕਦੇ ਹਾਂ ਕਿ ਜੇਕਰ ਕਿਸੇ ਮੈਗਨੈਟਿਕ ਫੀਲਡ ਦੇ ਵਿੱਚ 1 ਕੂਲਮ ਚਾਰਜ 1 ਮੀਟਰ ਪਰ ਸੈਕਿੰਡ ਦੇ ਨਾਲ ਮੂਵ ਕਰ ਰਿਹਾ ਵਾ ਤੇ ਉਹ 1 ਨਿਊਟਨ ਫੋਰਸ ਐਕਸਪੀਰੀਅੰਸ ਕਰਦਾ ਵਾ ਨਾ, ਤੇ ਇਹਦਾ ਮਤਲਬ ਕੀ ਆ, ਇਹਦਾ ਮਤਲਬ ਉਸ ਜਗ੍ਹਾ ਤੇ ਮੈਗਨੈਟਿਕ ਫੀਲਡ ਕਿੰਨਾ ਵਾ, 1 ਯੂਨਿਟ ਆ, ਮਤਲਬ 1 ਟੈਸਲਾ ਵਾ। ਸੋ ਇਹ ਸਾਡੀ ਕੀ ਆ, 1 ਟੈਸਲਾ ਦੀ ਡੈਫੀਨੇਸ਼ਨ ਆ। ਅਸੀਂ ਇਹ ਜਿਹੜੀ 1 ਟੈਸਲਾ ਦੀ ਡੈਫੀਨੇਸ਼ਨ ਆ ਇਹਨੂੰ ਲਿਖ ਲੈਂਦੇ ਆ ਇੱਕ ਵਾਰੀ।
मतलब मैग्नेटिक फील्ड एट ए प्लेस इज 1 टेस्ला इफ 1 कूलम चार्ज मूविंग विद 1 मीटर पर सेकेंड एक्सपीरियंस 1 न्यूटन फोर्स इन मैग्नेटिक फील्ड then strength of magnetic field is 1 टेस्ला। 1 ਕੂਲਮ ਚਾਰਜ 1 ਮੀਟਰ ਪਰ ਸੈਕਿੰਡ ਦੇ ਨਾਲ ਮੂਵ ਕਰੇਗਾ ਤੇ ਜੇਕਰ ਉਹ 1 ਨਿਊਟਨ ਫੋਰਸ ਐਕਸਪੀਰੀਅੰਸ ਕਰਦਾ ਵਾ ਤੇ ਇਹਦਾ ਮਤਲਬ ਉੱਥੇ ਮੈਗਨੈਟਿਕ ਫੀਲਡ ਕਿੰਨਾ ਵਾ 1 ਟੈਸਲਾ ਵਾ। ਪਰ ਹੁਣ ਕੁਐਸਚਨ ਇਹ ਆ ਕਿ ਅਸੀਂ ਇਹ ਕਹਿਤਾ ਕਿ ਮੈਗਨੈਟਿਕ ਫੀਲਡ ਦਾ SI ਯੂਨਿਟ ਕੀ ਆ ਟੈਸਲਾ ਵਾ ਤੇ ਜੇਕਰ ਅਸੀਂ CGS ਯੂਨਿਟ ਦੀ ਗੱਲ ਕਰੀਏ ਨਾ ਤੇ ਸਾਨੂੰ ਪਤਾ ਵਾ ਕਿ CGS ਯੂਨਿਟ ਇਹਦਾ ਕੀ ਆ ਗੌਸ ਆ। ਮਤਲਬ ਇਹਦਾ SI ਯੂਨਿਟ ਕੀ ਆ ਮੈਗਨੈਟਿਕ ਫੀਲਡ ਦਾ ਟੈਸਲਾ ਤੇ ਇਹਦਾ CGS ਯੂਨਿਟ ਕੀ ਆ ਮੈਗਨੈਟਿਕ ਫੀਲਡ ਦਾ ਗੌਸ। ਤੇ ਜੇਕਰ ਅਸੀਂ ਰਿਲੇਸ਼ਨ ਪਤਾ ਕਰੀਏ ਟੈਸਲਾ ਦਾ ਤੇ ਗੌਸ ਦਾ ਤੇ ਸਾਡੇ ਕੋਲੋਂ ਇਹ ਰਿਲੇਸ਼ਨ ਆਉਂਦਾ ਵਾ, ਤੁਸੀਂ ਇਹਨੂੰ ਸੋਲਵ ਕਰਕੇ ਵੀ ਕੱਢ ਸਕਦੇ ਜੋ। ਨਿਊਟਨ ਦੀ ਜਗ੍ਹਾ ਤੇ ਕੀ ਲਿਖ ਲਓ ਡਾਈਨ ਲਿਖ ਲਓ, ਕੂਲਮ ਰਹਿਣ ਦੋ, ਮੀਟਰ ਦੀ ਜਗ੍ਹਾ ਤੇ ਸੈਂਟੀਮੀਟਰ ਪਰ ਸੈਕਿੰਡ ਲਿਖ ਲਓ ਤੇ ਤੁਹਾਡੇ ਕੋਲੋਂ ਇੱਥੇ ਰਿਲੇਸ਼ਨ ਆਏਗਾ ਕਿ 1 ਟੈਸਲਾ ਇਜ਼ ਇਕੁਅਲ ਟੂ 10 ਦੀ ਪਾਵਰ 4 ਗੌਸ। ਇਹ ਰਿਲੇਸ਼ਨ ਯਾਦ ਰੱਖਣਾ ਕਿ 1 ਟੈਸਲਾ 10 ਦੀ ਪਾਵਰ 4 ਗੌਸ ਦੇ ਬਰਾਬਰ ਹੁੰਦਾ ਵਾ। ਹੁਣ ਅਸੀਂ ਇਸ ਤੋਂ ਬਾਅਦ 'ਚ ਜ਼ਿਕਰ ਕਰਦੇ ਹਾਂ ਕਿ ਇਹ ਜਿਹੜਾ 1 ਟੈਸਲਾ ਯੂਨਿਟ ਆ ਇਹ ਕਿੱਦਾਂ ਦਾ ਯੂਨਿਟ ਆ, ਮਤਲਬ ਕਿੱਡਾ ਕੁ ਵੱਡਾ ਯੂਨਿਟ ਆ, ਮਤਲਬ ਕਿੰਨਾ ਕੁ ਵੱਡਾ ਮੈਗਨੈਟਿਕ ਫੀਲਡ ਬਣਦਾ ਵਾ ਜਦੋਂ ਅਸੀਂ ਕਹਿੰਦੇ ਹਾਂ ਕਿ 1 ਟੈਸਲਾ ਯੂਨਿਟ ਆ ਮੈਗਨੈਟਿਕ ਫੀਲਡ ਦਾ। ਜਿਵੇਂ ਅਸੀਂ ਕਿਹਾ ਕਿ 1 ਟੈਸਲਾ ਕਿਹਦੇ ਬਰਾਬਰ ਆ 10 ਦੀ ਪਾਵਰ 4 ਗੌਸ ਦੇ ਬਰਾਬਰ ਆ ਤੇ 1 ਟੈਸਲਾ ਕਿੱਡਾ ਕੁ ਵੱਡਾ ਯੂਨਿਟ ਆ ਉਹਦੇ ਵਾਸਤੇ ਸਾਨੂੰ ਪਹਿਲਾਂ ਗੌਸ ਨੂੰ ਸਮਝਣਾ ਪਏਗਾ। ਹੁਣ ਜਿਹੜਾ 1 ਗੌਸ ਆ ਨਾ, ਜੇਕਰ ਅਸੀਂ ਕਹੀਏ ਕਿ ਕਿਸੇ ਜਗ੍ਹਾ ਤੇ 1 ਗੌਸ ਮੈਗਨੈਟਿਕ ਫੀਲਡ ਆ, ਮਤਲਬ ਮੈਗਨੈਟਿਕ ਫੀਲਡ ਕਿੰਨਾ ਵਾ 1 ਗੌਸ ਆ ਤੇ ਉਹ ਅਸੀਂ ਕਿਹਦੇ ਵਾਸਤੇ ਵਰਤਿਆ ਸੀ ਅਰਥ ਵਾਸਤੇ। ਅਸੀਂ ਕਹਿੰਦੇ ਆ ਕਿ ਅਰਥ ਜਿਹੜਾ ਮੈਗਨੈਟਿਕ ਫੀਲਡ ਬਣਾਉਂਦੀ ਆ ਜਿਹਦੇ ਕਰਕੇ ਇੱਕ ਬਾਰ ਮੈਗਨੇਟ ਨਾਰਥ ਸਾਊਥ ਡਾਇਰੈਕਸ਼ਨ ਦੇ ਵਿੱਚ ਖਲੋ ਜਾਂਦੀ ਆ ਨਾ ਤੇ ਇਸ ਅਰਥ ਦਾ ਜਿਹੜਾ ਮੈਗਨੈਟਿਕ ਫੀਲਡ ਕਿੰਨਾ ਵਾ 1 ਗੌਸ ਆ। ਹੁਣ ਜੇ ਇਸ ਹਿਸਾਬ ਨਾਲ ਸੋਚੀਏ ਤੇ ਟੈਸਲਾ ਤੇ ਫਿਰ ਬਹੁਤ ਵੱਡਾ ਯੂਨਿਟ ਹੋਏਗਾ। ਕੀ ਟੈਸਲਾ 1 ਟੈਸਲਾ ਮੈਗਨੈਟਿਕ ਫੀਲਡ ਪੈਦਾ ਕੀਤਾ ਜਾ ਸਕਦਾ ਵਾ? ਤੇ ਜ਼ਰੂਰ 1 ਟੈਸਲਾ ਮੈਗਨੈਟਿਕ ਫੀਲਡ ਪੈਦਾ ਕੀਤਾ ਜਾ ਸਕਦਾ ਵਾ। ਬੇਸ਼ੱਕ ਅਰਥ ਜਿਹੜਾ ਆਪਣੇ ਅਰਾਊਂਡ ਮੈਗਨੈਟਿਕ ਫੀਲਡ ਬਣਾਉਂਦਾ ਵਾ ਜਾਂ ਬਣਾਉਂਦੀ ਆ ਉਹਦੀ ਸਟਰੈਂਥ ਕਿੰਨੀ ਆ 1 ਗੌਸ ਆ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ 1 ਗੌਸ ਫਿਰ ਬਹੁਤ ਵੱਡਾ ਯੂਨਿਟ ਆ ਤੇ ਟੈਸਲਾ ਤੇ ਫਿਰ ਹੋਰ ਵੱਡਾ ਯੂਨਿਟ ਹੋ ਜਾਏਗਾ, ਇਸ ਤਰ੍ਹਾਂ ਨਹੀਂ ਆ। ਟੈਸਲਾ ਮੈਗਨੈਟਿਕ ਫੀਲਡ ਜਿਹੜਾ ਵਾ ਜਾਂ ਮੈਗਨੈਟਿਕ ਫੀਲਡ ਟੈਸਲਾ ਦੇ ਵਿੱਚ ਅਸੀਂ ਐਕਸਪੈਰੀਮੈਂਟਲੀ ਲੈਬ ਦੇ ਵਿੱਚ ਬਣਾ ਸਕਦੇ ਹਾਂ। ਸੋ ਇੱਥੇ ਇਹ ਗੱਲ ਯਾਦ ਰੱਖਣੀ ਆ ਕਿ ਟੈਸਲਾ ਦਾ ਤੇ ਗੌਸ ਦਾ ਕੀ ਰਿਲੇਸ਼ਨ ਆ ਤੇ ਅਰਥ ਜਿਹੜਾ ਆਪਣੇ ਸਰਾਊਂਡਿੰਗਸ ਦੇ ਵਿੱਚ ਆਪਣੇ ਅਰਾਊਂਡ ਜਿਹੜਾ ਮੈਗਨੈਟਿਕ ਫੀਲਡ ਬਣਾਉਂਦਾ ਹੀ ਆ ਉਹਦਾ ਅਸੀਂ ਯੂਨਿਟ ਕੀ ਰੱਖਿਆ ਹੋਇਆ ਵਾ, ਉਹਦਾ ਮਾਪ ਅਸੀਂ ਰੱਖਿਆ ਹੋਇਆ ਵਾ 1 ਗੌਸ। ਸੋ ਸਾਡਾ ਇਹ ਕੀ ਆ, ਅਸੀਂ ਅਜੇ ਤੱਕ ਕੀ ਕੀਤਾ ਵਾ ਕਿ ਮੈਗਨੈਟਿਕ ਫੀਲਡ ਦੀ ਡੈਫੀਨੇਸ਼ਨ ਪੜ੍ਹੀ ਆ, ਮੈਗਨੈਟਿਕ ਫੋਰਸ ਨੂੰ ਸਮਝਿਆ ਵਾ ਕਿ ਮੈਗਨੈਟਿਕ ਫੋਰਸ ਕੀ ਹੁੰਦੀ ਆ QVB sin θ ਆਉਂਦੀ ਆ। ਅਸੀਂ ਇਹ ਵਾਲੀ ਇਕੁਏਸ਼ਨ ਬਣਾ ਚੁੱਕੇ ਹਾਂ QV sin θ ਤੇ ਅਸੀਂ ਟੈਸਲਾ ਇਹਦਾ ਯੂਨਿਟ ਵੀ ਡਿਫਾਈਨ ਕਰ ਲਿਆ ਵਾ। ਤੇ ਹੁਣ ਜੇਕਰ ਇਹਦੇ ਡਿਮੈਂਸ਼ਨਲ ਫਾਰਮੂਲੇ ਦੀ ਗੱਲ ਕਰੀਏ, ਮਤਲਬ ਮੈਗਨੈਟਿਕ ਫੀਲਡ ਦਾ ਡਿਮੈਂਸ਼ਨਲ ਫਾਰਮੂਲਾ, ਤੇ ਮੈਗਨੈਟਿਕ ਫੀਲਡ ਅਸੀਂ ਕਿਹਾ ਸੀ F ਅਪੋਨ QV ਜੇ θ 90 ਡਿਗਰੀ ਆ। ਹੁਣ ਫੋਰਸ ਦਾ ਜਿਹੜਾ ਡਿਮੈਂਸ਼ਨਲ ਫਾਰਮੂਲਾ ਕੀ ਆ, ਫੋਰਸ ਕੀ ਹੁੰਦੀ ਆ ਮਾਸ ਇਨਟੂ ਐਕਸਲਰੇਸ਼ਨ, ਮਤਲਬ m1 l1 t-2 ਇਹੀ ਬਣੇਗਾ ਫੋਰਸ ਦਾ। ਤੇ ਚਾਰਜ ਨੂੰ ਅਸੀਂ ਕੀ ਲਿਖਦੇ ਆ, ਚਾਰਜ ਸਾਡੀ ਜਿਹੜੀ ਆ ਉਹ ਕੀ ਆ, ਮਤਲਬ ਫੰਡਾਮੈਂਟਲ ਕੁਆਂਟੀਟੀ ਨਹੀਂ ਆ। ਚਾਰਜ ਨੂੰ ਅਸੀਂ ਕਿੱਦਾਂ ਡਿਫਾਈਨ ਕਰਦੇ ਆ, ਚਾਰਜ Q/T ਕੀ ਹੁੰਦਾ ਵਾ, ਕਰੰਟ ਹੁੰਦਾ ਵਾ ਤੇ ਕਰੰਟ ਕੀ ਆ ਫੰਡਾਮੈਂਟਲ ਇਕਾਈ ਆ ਸਾਡੀ। ਤੇ ਅਸੀਂ ਚਾਰਜ ਨੂੰ ਕੀ ਲਿਖਦੇ ਆ I/T ਮਤਲਬ ਐਂਪੀਅਰ ਇਨਟੂ ਟਾਈਮ T ਅਸੀਂ ਇਸ ਤਰੀਕੇ ਨਾਲ ਲਿਖ ਸਕਦੇ ਹਾਂ। ਸੋ Q ਨੂੰ ਕੀ ਲਿਖਾਂਗੇ AT ਲਿਖਾਂਗੇ। ਵੈਲੋਸਿਟੀ ਕੀ ਹੁੰਦੀ ਆ LT-1। ਆਪਾਂ ਡਿਮੈਂਸ਼ਨਲ ਫਾਰਮੂਲਾ ਬਣਾ ਰਹੇ ਹਾਂ ਮੈਗਨੈਟਿਕ ਫੀਲਡ ਦਾ ਤੇ ਸਾਡੇ ਕੋਲੋਂ ਕੀ ਫਾਰਮੂਲਾ ਬਣਿਆ ਵਾ, ਸਾਡੇ ਕੋਲੋਂ ਫਾਰਮੂਲਾ ਬਣਿਆ ਵਾ ਦੇਖੋ m1 L ਤੇ L ਕੱਟੇ ਜਾਣਗੇ, ਇੱਕੋ ਹੀ L ਵਾ ਕੱਟੇ ਜਾਣਗੇ। ਹੁਣ ਉੱਪਰ ਕੀ ਆ T-2 ਆ,
ਇਹ टी ਤੇ ਇਹ टी ਕੱਟੇ ਜਾਣਗੇ आपस 'ਚ, ਇਹਦੀ ਪਾਵਰ +1 ਆ, ਇਹਦੀ -1 ਆ, ਤੇ ਇਹ L ਇਹਦੇ ਨਾਲ ਕੱਟਿਆ ਜਾਏਗਾ। ਸਾਡੇ ਕੋਲੋਂ ਆਇਆ M1, ਇਹ ਉੱਪਰ ਜਾਏਗਾ A-1 ਤੇ T-2। ਸਾਡੇ ਕੋਲੋਂ ਇਹ ਕੀ ਆ, ਡਿਮੈਂਸ਼ਨਲ ਫਾਰਮੂਲਾ ਆਇਆ ਕਿਹਦਾ, ਮੈਗਨੈਟਿਕ ਫੀਲਡ ਦਾ। ਸੋ ਅਸੀਂ ਅਜੇ ਤੱਕ ਜਿਹੜਾ ਵਾ ਮੈਗਨੈਟਿਕ ਫੀਲਡ ਦਾ ਯੂਨਿਟ ਵੀ ਬਣਾ ਚੁੱਕੇ ਹਾਂ ਤੇ ਮੈਗਨੈਟਿਕ ਫੀਲਡ ਦਾ ਡਿਮੈਂਸ਼ਨਲ ਫਾਰਮੂਲਾ ਵੀ ਬਣਾ ਚੁੱਕੇ ਹਾਂ। ਮੈਗਨੈਟਿਕ ਫੋਰਸ ਦੇ ਵਿੱਚ ਇੱਕ ਗੱਲ ਹੋਰ ਕਹੀ ਸੀ, ਉਹ ਗੱਲ ਕਿਹੜੀ ਸੀ, ਅਸੀਂ ਕਿਹਾ ਸੀ ਕਿ ਜੇਕਰ ਚਾਰਜ ਪਾਰਟੀਕਲ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਜੋ ਤੇ ਉਹ ਕੀ ਆ, ਉਹ ਸਰਕੂਲਰ ਪਾਥ ਲੈ ਲੈਂਦਾ ਵਾ। ਹੁਣ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੇਕਰ ਉਹ ਸਰਕੂਲਰ ਪਾਥ ਲੈ ਲੈਂਦਾ ਵਾ ਤੇ ਉਹਦੀਆਂ ਜਿਹੜੀਆਂ ਇਕੁਏਸ਼ਨਸ ਆ ਜਾਂ ਉਹਦਾ ਐਕਸਪਲੇਨੇਸ਼ਨ ਆ ਜਿਹੜੀ ਉਹਨੂੰ ਅਸੀਂ ਕਿੱਦਾਂ ਡਿਫਾਈਨ ਕਰ ਸਕਦੇ ਹਾਂ। ਮੰਨ ਲਓ ਕਿਸੇ ਜਗ੍ਹਾ ਦੇ ਉੱਪਰ ਮੈਗਨੈਟਿਕ ਫੀਲਡ ਲੱਗਾ ਵਾ, ਮੈਂ ਇਸ ਤਰੀਕੇ ਨਾਲ ਮੈਗਨੈਟਿਕ ਫੀਲਡ ਡਿਫਾਈਨ ਕਰਦਾ ਵਾਂ। ਸਾਡੇ ਕੋਲੋਂ ਇਕੁਏਸ਼ਨ ਆਈ ਸੀ F = QVB sin θ, ਤੇ ਆਪਾਂ ਇਹਨੂੰ ਵੈਕਟਰ ਦੇ ਵਿੱਚ ਕਿੱਦਾਂ ਲਿਖ ਸਕਦੇ ਹਾਂ, ਆਪਾਂ ਇਹਨੂੰ ਵੈਕਟਰ ਦੇ ਵਿੱਚ ਲਿਖ ਸਕਦੇ ਹਾਂ F ਵੈਕਟਰ QV × B। ਸਾਨੂੰ ਪਤਾ ਵਾ ਜਦੋਂ ਇਹ ਕ੍ਰੋਸ ਪ੍ਰੋਡਕਟ ਖੁੱਲੇਗੀ ਤੇ sin θ ਲੱਗੇਗਾ। ਤੇ ਜੇ ਸਾਨੂੰ ਪੁੱਛਿਆ ਜਾਏਗਾ ਕਿ ਇਸ ਮੈਗਨੈਟਿਕ ਫੋਰਸ ਦੀ ਡਾਇਰੈਕਸ਼ਨ ਕਿੱਧਰ ਨੂੰ ਆ, ਤੇ ਸਾਨੂੰ ਕ੍ਰੋਸ ਪ੍ਰੋਡਕਟ ਦੇ ਵਿੱਚ ਪਤਾ ਵਾ ਕਿ ਇਸ ਵੈਕਟਰ ਦੀ ਜਿਹੜੀ ਆ ਉਹ ਡਾਇਰੈਕਸ਼ਨ ਕਿੱਧਰ ਨੂੰ ਹੋਣੀ ਚਾਹੀਦੀ ਆ, ਪਰਪੈਂਡੀਕੂਲਰ ਹੋਣੀ ਚਾਹੀਦੀ ਆ ਜਿਸ ਪਲੇਨ ਦੇ ਵਿੱਚ V ਤੇ B ਲਾਈ ਕਰਨਗੇ। ਮੇਰੇ ਕਹਿਣ ਦਾ ਮਤਲਬ ਆ ਕਿ ਜੇਕਰ ਵੈਲੋਸਿਟੀ ਵੈਕਟਰ ਇੱਧਰ ਨੂੰ ਆ, ਮੈਗਨੈਟਿਕ ਫੀਲਡ ਇੱਧਰ ਨੂੰ ਆ, ਤੇ ਸਾਡੇ ਕੋਲੋਂ ਜਿਹੜੀ ਮੈਗਨੈਟਿਕ ਫੋਰਸ ਵਾ ਉਹ ਕਿੱਧਰ ਨੂੰ ਆਉਣੀ ਆ, ਪਰਪੈਂਡੀਕੂਲਰ ਟੂ ਦਾ ਪਲੇਨ ਆਉਣੀ ਆ ਮੈਗਨੈਟਿਕ ਫੋਰਸ। ਇੱਦਾਂ ਸਮਝ ਸਕਦੇ ਜੋ, ਮੰਨ ਲਓ ਮੈਗਨੈਟਿਕ ਫੀਲਡ ਇੱਧਰ ਨੂੰ ਲੱਗਾ ਆ ਤੇ ਇੱਧਰ ਨੂੰ ਚਾਰਜ ਜਾ ਰਿਹਾ ਵਾ। ਹੁਣ ਇਹ ਮੈਗਨੈਟਿਕ ਫੀਲਡ ਆ, ਇਹ ਵਾਲਾ ਹੱਥ ਇੱਧਰ ਨੂੰ ਜਾ ਰਿਹਾ ਵਾ, ਇਹਨਾਂ ਦਾ ਪਲੇਨ ਕਿਹੜਾ ਵਾ, ਇਹਨਾਂ ਦਾ ਪਲੇਨ ਆਹ ਵਾਲਾ ਵਾ। ਮਤਲਬ ਇਹਨਾਂ ਦੋਨਾਂ ਬਾਜੂਆਂ ਦੇ ਉੱਪਰ ਕੀ ਆ, ਇੱਕ ਸ਼ੀਟ ਰੱਖ ਦਿਓ, ਉਹ ਸ਼ੀਟ ਕੀ ਆ, ਇਹਨਾਂ ਦਾ ਪਲੇਨ ਆ। ਤੇ ਆਪਾਂ ਕੀ ਕਹਿ ਰਹੇ ਹਾਂ ਕਿ ਕ੍ਰੋਸ ਪ੍ਰੋਡਕਟ ਦੇ ਵਿੱਚ ਰਿਜ਼ਲਟੈਂਟ ਵੈਕਟਰ ਦੀ ਜਿਹੜੀ ਡਾਇਰੈਕਸ਼ਨ ਆ ਉਹ ਕੀ ਹੁੰਦੀ ਆ, ਪਰਪੈਂਡੀਕੂਲਰ ਹੁੰਦੀ ਆ। ਮਤਲਬ ਇੱਥੇ ਮੈਂ ਇੱਕ ਸ਼ੀਟ ਰੱਖਦਾ ਇਸ ਤਰੀਕੇ ਨਾਲ ਤੇ ਉਹਦੇ ਪਰਪੈਂਡੀਕੂਲਰ ਜਾਂ ਉੱਪਰ ਨੂੰ ਤੇ ਜਾਂ ਨੀਚੇ ਨੂੰ, ਉਹ ਕੀ ਹੋਏਗੀ, ਉਹ ਇਹਦੀ ਡਾਇਰੈਕਸ਼ਨ ਹੋਏਗੀ। ਜਿਵੇਂ ਅਸੀਂ ਕਹਿੰਦੇ ਨਾ ਏਰੀਆ ਵੈਕਟਰ, ਏਰੀਆ ਵੈਕਟਰ ਕੀ ਆ, ਏਰੀਆ ਵੈਕਟਰ ਕ੍ਰੋਸ ਪ੍ਰੋਡਕਟ ਆ ਲੈਂਥ ਤੇ B ਦੀ, ਲੰਬਾਈ ਤੇ ਚੌੜਾਈ ਦੀ। ਹੁਣ ਦੇਖੋ ਆਪਾਂ ਆਪਣੇ ਕੋਲੋਂ ਕੀ ਆਇਆ, ਇਹ ਬੋਰਡ ਆ ਤੇ ਇਹਦੀ ਇੱਕ ਲੰਬਾਈ ਆ ਤੇ ਇਹਦੀ ਚੌੜਾਈ ਆ, ਤੇ ਜੇਕਰ ਅਸੀਂ ਕਹੀਏ ਕਿ ਇਹਦੇ ਏਰੀਆ ਵੈਕਟਰ ਦੀ ਡਾਇਰੈਕਸ਼ਨ ਕਿੱਧਰ ਨੂੰ ਆ, ਤੇ ਮੈਂ ਕਹੂੰਗਾ ਇਹਦੇ ਏਰੀਆ ਵੈਕਟਰ ਦੀ ਡਾਇਰੈਕਸ਼ਨ ਪਰਪੈਂਡੀਕੂਲਰ ਟੂ ਦਾ ਪਲੇਨ ਆ। ਮਤਲਬ ਆ ਜਿਹੜਾ ਪਲੇਨ ਆ ਨਾ ਇਹਦੇ ਪਰਪੈਂਡੀਕੂਲਰ ਆ। ਅਸੀਂ ਕ੍ਰੋਸ ਪ੍ਰੋਡਕਟ ਦੇ ਵਿੱਚ ਇਹੋ ਚੀਜ਼ ਪੜ੍ਹਦੇ ਹਾਂ ਕਿ ਦੋ ਵੈਕਟਰ ਜਿਹੜੇ ਆਪਸ ਦੇ ਵਿੱਚ ਕ੍ਰੋਸ ਪ੍ਰੋਡਕਟ ਹੋ ਰਹੇ ਆ ਨਾ, ਉਹਨਾਂ ਦਾ ਰਿਜ਼ਲਟੈਂਟ ਜਿਹੜਾ ਵਾ ਪਰਪੈਂਡੀਕੂਲਰ ਟੂ ਦਾ ਪਲੇਨ ਹੁੰਦਾ ਵਾ। ਸੋ ਮੈਗਨੈਟਿਕ ਫੋਰਸ ਦੀ ਡਾਇਰੈਕਸ਼ਨ ਕਿੱਧਰ ਨੂੰ ਆ, ਪਰਪੈਂਡੀਕੂਲਰ ਟੂ ਦਾ ਪਲੇਨ ਆ। ਹੁਣ ਅਸੀਂ ਗੱਲ ਕਰਦੇ ਹਾਂ, ਮੰਨ ਲਓ ਇਸ ਜਗ੍ਹਾ ਤੇ ਮੈਗਨੈਟਿਕ ਫੀਲਡ ਲੱਗਾ ਵਾ, ਜੇਕਰ ਮੈਂ ਇਸ ਤਰੀਕੇ ਦੇ ਨਿਸ਼ਾਨ ਬਣਾਏ ਹੋਏ ਆ ਨਾ, ਇਹਦਾ ਮਤਲਬ ਮੈਗਨੈਟਿਕ ਫੀਲਡ ਕਿੱਧਰ ਨੂੰ ਲੱਗਾ ਹੋਇਆ ਵਾ, ਅੰਦਰ ਨੂੰ ਲੱਗਾ ਹੋਇਆ ਵਾ। ਮਤਲਬ ਇਧਰਲੇ ਪਾਸਿਓਂ ਅੰਦਰ ਨੂੰ ਮੈਗਨੈਟਿਕ ਲਾਈਨਾਂ ਜਾ ਰਹੀਆਂ ਵਾ। ਅਸੀਂ ਕਿਹਾ ਕਿ ਮੈਗਨੈਟਿਕ ਫੀਲਡ ਲੱਗਾ ਹੋਇਆ ਵਾ, ਤੇ ਜੇਕਰ ਇਹਦੇ ਵਿੱਚ ਇੱਕ ਚਾਰਜ ਪਾਰਟੀਕਲ ਵੈਲੋਸਿਟੀ ਦੇ ਨਾਲ ਮੂਵ ਕਰੇ, ਮਤਲਬ ਜਾਂ ਐਂਟਰ ਹੋਵੇ, ਤੇ ਅਸੀਂ ਇਹ ਚੀਜ਼ ਨੋਟ ਕਰਦੇ ਹਾਂ ਕਿ ਇਹ ਜਿਹੜਾ ਚਾਰਜ ਪਾਰਟੀਕਲ ਆ ਨਾ, ਇਹਦੇ ਤੇ ਫੋਰਸ ਲੱਗਣੀ ਸਟਾਰਟ ਹੋ ਜਾਂਦੀ ਆ ਤੇ ਇਹ ਸਰਕੂਲਰ ਪਾਥ ਲੈ ਲੈਂਦਾ। ਮਤਲਬ ਇਸ ਤਰੀਕੇ ਨਾਲ ਇਹ ਕੀ ਆ, ਸਰਕੂਲਰ ਪਾਥ ਲੈ ਲੈਂਦਾ ਵਾ। ਹੁਣ ਸਾਨੂੰ ਪਤਾ ਵਾ ਸਰਕੂਲਰ ਮੋਸ਼ਨ ਦੀਆਂ ਕੀ ਪ੍ਰੋਪਰਟੀਜ਼ ਆ। ਸਰਕੂਲਰ ਮੋਸ਼ਨ ਦੀ ਸਾਨੂੰ ਪ੍ਰੋਪਰਟੀ ਪਤਾ ਵਾ ਕਿ ਕੋਈ ਵੀ ਸਰਕੂਲਰ ਮੋਸ਼ਨ ਆ ਨਾ, ਜਿਵੇਂ ਆਪਾਂ ਕਹਿੰਦੇ ਆ ਕਿ ਇਹ ਸਰਕੂਲਰ ਮੋਸ਼ਨ ਆ, ਤੇ ਇਹਦੇ ਵਿੱਚ ਅੰਦਰ ਨੂੰ ਕਿਹੜੀ ਫੋਰਸ ਲੱਗਦੀ ਆ, ਸਾਨੂੰ ਪਤਾ ਵਾ ਕਿ ਅੰਦਰ ਨੂੰ ਸੈਂਟਰੀਪੀਟਲ ਫੋਰਸ ਲੱਗਦੀ ਆ, ਕੋਈ ਨਾ ਕੋਈ ਸੈਂਟਰੀਪੀਟਲ। ਤੇ ਜੇ ਸਰਕੂਲਰ ਮੋਸ਼ਨ 'ਚ ਤੁਸੀਂ ਕਿਸੇ ਵੀ ਜਗ੍ਹਾ ਤੇ ਵੈਲੋਸਿਟੀ ਵੈਕਟਰ ਦੀ ਡਾਇਰੈਕਸ਼ਨ ਦੱਸਣੀ ਹੋਵੇ ਤਾਂ ਤੁਸੀਂ ਕੀ ਕਰਦੇ ਜੋ, ਟੈਂਜੈਂਟ ਲਾਈਨ ਖਿੱਚਦੇ ਜੋ। ਇਹ ਕੀ ਆ, ਇੱਧਰ ਨੂੰ ਹੀ ਵੈਲੋਸਿਟੀ ਵੈਕਟਰ ਵਾ ਤੇ ਇੱਧਰ ਨੂੰ ਹੀ ਕੀ ਆ, ਡਿਸਪਲੇਸਮੈਂਟ ਵੈਕਟਰ ਵਾ, ਐਸ। ਮੇਰੇ ਕਹਿਣ ਦਾ ਮਤਲਬ ਆ ਕਿ ਇਸ ਕੇਸ ਦੇ ਵਿੱਚ ਇਹਨਾਂ ਦੋਨਾਂ ਦੇ ਵਿੱਚ ਐਂਗਲ ਕਿੰਨਾ ਬਣਦਾ ਪਿਆ ਵਾ, 90 ਡਿਗਰੀ ਬਣਦਾ ਪਿਆ ਵਾ। ਹੁਣ ਇੱਥੇ ਦੇਖੋ, ਅਸੀਂ ਕਹਿ ਰਹੇ ਹਾਂ ਕਿ ਮੈਗਨੈਟਿਕ ਫੀਲਡ ਦੇ ਵਿੱਚ ਫੋਰਸ ਲੱਗਦੀ ਆ,
ਤੇ ਜੇਕਰ ਫੋਰਸ ਲੱਗਦੀ ਆ ਨਾ ਤੇ ਅਸੀਂ ਕਿਹਾ ਕਿ ਇਹ ਸਰਕੂਲਰਲੀ ਮੂਵ ਕਰਨ ਡੈ ਪੈਂਦਾ ਵਾ। ਪਰ ਜਦੋਂ ਸਰਕੂਲਰਲੀ ਮੂਵ ਕਰਦਾ ਵਾ ਨਾ ਤੇ ਵੈਲੋਸਿਟੀ ਦਾ ਮੈਗਨੀਟਿਊਡ ਚੇਂਜ ਨਹੀਂ ਹੁੰਦਾ, ਮਤਲਬ ਨੋ ਚੇਂਜ ਇਨ ਮੈਗਨੀਟਿਊਡ ਆਫ ਵੈਲੋਸਿਟੀ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਜੇਕਰ ਇਹ ਮੰਨ ਲਓ 5 ਮੀਟਰ ਪਰ ਸੈਕਿੰਡ ਦੇ ਨਾਲ ਮੈਗਨੈਟਿਕ ਫੀਲਡ ਦੇ ਵਿੱਚ ਐਂਟਰ ਹੋਇਆ ਵਾ ਨਾ ਤੇ ਇਹ 5 ਮੀਟਰ ਪਰ ਸੈਕਿੰਡ ਦੇ ਨਾਲ ਹੀ ਮੂਵ ਕਰਦਾ ਰਿਹਾ। ਫਰਕ ਕਿੱਥੇ ਪਿਆ? ਫਰਕ ਇੱਥੇ ਪਿਆ ਕਿ ਇੱਕ ਇਹ ਸਰਕੂਲਰਲੀ ਮੂਵ ਕਰਨ ਡੈ ਪਿਆ ਤੇ ਦੂਜਾ ਕੀ ਆ, ਇਹਦੀ ਡਾਇਰੈਕਸ਼ਨ ਬਦਲਣ ਡੈ ਪਈ। ਮਤਲਬ ਅਸੀਂ ਇਹ ਗੱਲ ਕਹਿੰਦੇ ਆ ਕਿ ਵੈਲੋਸਿਟੀ ਜਿਹੜੀ ਆ ਉਹ ਚੇਂਜ ਹੋਈ ਆ, ਪਰ ਵੈਲੋਸਿਟੀ ਦਾ ਮੈਗਨੀਟਿਊਡ ਚੇਂਜ ਨਹੀਂ ਹੋਇਆ। ਚੇਂਜ ਕੌਣ ਹੋਇਆ ਵਾ? ਸਿਰਫ ਡਾਇਰੈਕਸ਼ਨ ਚੇਂਜ ਹੋਈ ਆ। ਤੁਸੀਂ ਕਿਸੇ ਵੀ ਜਗ੍ਹਾ ਤੇ ਡਾਇਰੈਕਸ਼ਨ ਚੈੱਕ ਕਰੋਗੇ, ਜੇਕਰ ਇੱਥੇ ਕਰੋਗੇ ਤੇ ਡਾਇਰੈਕਸ਼ਨ A ਪੁਆਇੰਟ ਤੇ ਇੱਧਰ ਨੂੰ ਆ। ਜੇਕਰ ਇੱਥੇ ਚੈੱਕ ਕਰੀਏ ਅਸੀਂ ਵੈਲੋਸਿਟੀ ਦੀ ਡਾਇਰੈਕਸ਼ਨ ਤੇ ਸਾਨੂੰ ਪਤਾ ਵਾ ਕਿ ਇੱਥੇ ਟੈਂਜੈਂਟ ਲਾਈਨ ਖਿੱਚਾਂਗੇ ਤੇ ਵੈਲੋਸਿਟੀ ਦੀ ਡਾਇਰੈਕਸ਼ਨ ਇੱਧਰ ਨੂੰ ਹੋਏਗੀ। ਤੇ ਜੇਕਰ ਸਰਕੂਲਰਲੀ ਮੂਵ ਕਰਦੇ ਹੋਏ ਆਬਜੈਕਟ ਦੀ ਅਸੀਂ ਇੱਥੇ ਵੈਲੋਸਿਟੀ ਵੈਕਟਰ ਚੈੱਕ ਕਰਨਾ ਹੋਵੇ ਤੇ ਉਹ ਡਾਇਰੈਕਸ਼ਨ ਕਿੱਧਰ ਨੂੰ ਹੋਏਗੀ? ਇੱਧਰ ਨੂੰ ਹੋਏਗੀ। ਸੋ ਇੱਥੇ ਅਸੀਂ ਇਹ ਚੀਜ਼ ਦੇਖ ਰਹੇ ਹਾਂ ਕਿ ਜਦੋਂ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੇ ਵਿੱਚ ਜਾਂਦਾ ਵਾ ਤੇ ਉਹਦੀ ਵੈਲੋਸਿਟੀ ਦਾ ਮੈਗਨੀਟਿਊਡ ਨਹੀਂ ਬਦਲਦਾ। ਮਤਲਬ ਨਾ ਤੇ ਉਹਦੀ ਸਪੀਡ ਵੱਧਦੀ ਆ ਤੇ ਨਾ ਉਹਦੀ ਸਪੀਡ ਘਟਦੀ ਆ। ਫਰਕ ਸਿਰਫ ਕੀ ਪੈਂਦਾ ਵਾ ਕਿ ਉਹ ਇੱਕ ਡਾਇਰੈਕਸ਼ਨ ਬਦਲਦਾ ਹੋਇਆ ਸਰਕੂਲਰਲੀ ਮੂਵ ਕਰਨ ਡੈ ਪੈਂਦਾ ਵਾ। ਹੁਣ ਦੇਖੋ ਇਹ ਕਿੱਦਾਂ ਹੋ ਗਿਆ ਕਿ ਫੋਰਸ ਵੀ ਲੱਗਦੀ ਪਈ ਆ, ਮਤਲਬ ਆਪਾਂ ਕਹੀਏ ਕਿ ਫੋਰਸ ਵੀ ਹੈਗੀ ਆ ਤੇ ਐਕਸਲਰੇਸ਼ਨ ਨਹੀਂ ਹੈਗੀ। ਮਤਲਬ ਐਕਸਲਰੇਸ਼ਨ ਕੀ ਆ? ਨੋ, ਫੋਰਸ ਐਕਸਲਰੇਸ਼ਨ ਨਹੀਂ ਦੇ ਰਹੀ। ਤੇ ਇਹਦਾ ਆਨਸਰ ਸਾਡੇ ਕੋਲੋਂ ਕੀ ਆ? ਇਹਦਾ ਆਨਸਰ ਸਾਡੇ ਕੋਲੋਂ ਇਹ ਆ ਕਿ ਇਸ ਕੇਸ ਦੇ ਵਿੱਚ ਜਿਹੜੀ ਮੈਗਨੈਟਿਕ ਫੋਰਸ ਲੱਗਦੀ ਪਈ ਆ ਨਾ, ਉਹ ਮੈਗਨੈਟਿਕ ਫੋਰਸ ਕਿੱਧਰ ਨੂੰ ਲੱਗਦੀ ਪਈ ਆ? ਉਹ ਰੈਗੂਲਰਲੀ ਇਨਵਰਡ ਲੱਗਦੀ ਪਈ ਆ ਸੈਂਟਰ ਦੇ ਵੱਲ ਨੂੰ ਮੈਗਨੈਟਿਕ ਫੋਰਸ। ਮਤਲਬ ਇਸ ਕੇਸ ਦੇ ਵਿੱਚ ਜੇ ਅਸੀਂ ਕਹੀਏ ਕਿ ਸੈਂਟਰੀਪੀਟਲ ਫੋਰਸ ਕੌਣ ਆ? ਸੈਂਟਰੀਪੀਟਲ ਫੋਰਸ। ਤੇ ਸਾਨੂੰ ਪਤਾ ਵਾ ਕਿ ਸੈਂਟਰੀਪੀਟਲ ਫੋਰਸ ਕੌਣ ਆ? ਮੈਗਨੈਟਿਕ ਫੋਰਸ ਆ। ਮਤਲਬ ਇਸ ਕੇਸ ਦੇ ਵਿੱਚ ਸੈਂਟਰੀਪੀਟਲ ਫੋਰਸ ਦੀ ਡਿਊਟੀ ਕੌਣ ਪਲੇ ਕਰ ਰਿਹਾ ਵਾ? ਮੈਗਨੈਟਿਕ ਫੋਰਸ ਕਰ ਰਹੀ ਆ। ਹੁਣ ਦੇਖੋ ਫੋਰਸ ਵੀ ਲੱਗਦੀ ਪਈ ਆ, ਮੈਂ ਪਹਿਲੀ ਗੱਲ ਤੇ ਆਉਣਾ, ਪਰ ਐਕਸਲਰੇਸ਼ਨ ਨਹੀਂ ਹੈਗੀ। ਐਕਸਲਰੇਸ਼ਨ ਦਾ ਮਤਲਬ ਆ ਕਿ ਵੈਲੋਸਿਟੀ ਦਾ ਮੈਗਨੀਟਿਊਡ ਨਹੀਂ ਬਦਲਦਾ ਪਿਆ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਅਸੀਂ ਇੱਥੋਂ ਹੀ ਸਮਝ ਸਕਦੇ ਹਾਂ ਕਿ ਇਹ ਜਿਹੜੀ ਫੋਰਸ ਵਾ ਨਾ, ਇਹ ਕੀ ਆ? ਰੈਗੂਲਰਲੀ ਇਨਵਰਡ ਲੱਗਦੀ ਪਈ ਆ। ਤੇ ਜਦੋਂ ਇਹ ਹਰ ਪੁਆਇੰਟ ਤੇ ਅੰਦਰ ਨੂੰ ਲੱਗਦੀ ਪਈ ਆ ਨਾ, ਤੇ ਇਹਦਾ ਮਤਲਬ ਕੀ ਆ ਕਿ ਬੋਡੀ ਸਰਕੂਲਰਲੀ ਮੂਵ ਕਰ ਸਕਦੀ ਆ, ਮਤਲਬ ਬੋਡੀ ਸਰਕੂਲਰ ਮੋਸ਼ਨ ਲੈ ਲਵੇਗੀ। ਹੁਣ ਦੇਖੋ ਜੇਕਰ ਅਸੀਂ ਕਿਸੇ ਵੀ ਜਗ੍ਹਾ ਤੇ ਵੈਲੋਸਿਟੀ ਦੇ ਨਾਲ ਇਹਦਾ ਵੈਕਟਰ ਐਂਗਲ ਦੇਖਿਆ ਜਾਵੇ ਤੇ ਸਾਨੂੰ ਪਤਾ ਵਾ ਕਿ ਐਂਗਲ ਕਿੰਨਾ ਬਣਨਾ ਵਾ? 90 ਡਿਗਰੀ ਬਣਨਾ ਵਾ। ਤੇ ਅਸੀਂ ਇੱਥੇ ਇਹ ਗੱਲ ਕਹਿੰਦੇ ਆ ਕਿ ਮੈਗਨੈਟਿਕ ਫੋਰਸ ਜਿਹੜੀ ਆ ਉਹ ਵੈਲੋਸਿਟੀ ਤੇ ਕੋਈ ਪ੍ਰਭਾਵ ਨਹੀਂ ਪਾਉਂਦੀ। ਕਿਵੇਂ ਨਹੀਂ ਪਾਉਂਦੀ? ਆਪਾਂ ਇਹਨੂੰ ਸਮਝਦੇ ਹਾਂ। ਹੁਣ ਦੇਖੋ ਸਾਡੇ ਕੋਲੋਂ ਕੀ ਆ? ਇੱਕ ਵੈਕਟਰ ਵਾ A, ਤੇ ਜੇਕਰ ਅਸੀਂ ਇਹਨੂੰ ਰਿਜ਼ੋਲਵ ਕਰਨਾ ਹੋਵੇ ਤੇ ਤੁਸੀਂ ਇਹਨੂੰ ਰਿਜ਼ੋਲਵ ਕਿਵੇਂ ਕਰਦੇ ਜੋ? ਮੰਨ ਲਓ ਇੱਕ ਇੱਦਾਂ ਤੇ ਇੱਕ ਇਹਦੇ ਪਰਪੈਂਡੀਕੂਲਰ। ਜੇਕਰ ਇਹ ਥੀਟਾ ਵਾ ਤੇ ਇਹਨੂੰ ਤੁਸੀਂ ਕਹਿ ਦੋਗੇ A cos ਥੀਟਾ ਤੇ ਇਹਨੂੰ ਕੀ ਕਹਿ ਦੋਗੇ? A sin ਥੀਟਾ। ਇਹ ਆਪਾਂ ਕੀ ਕੀਤਾ? ਵੈਕਟਰ ਨੂੰ ਰਿਜ਼ੋਲਵ ਕਰ ਲਿਆ। ਪਰ ਕਿਸੇ ਵੀ ਵੈਕਟਰ ਦਾ ਆਪਣੇ 90 ਡਿਗਰੀ ਦੇ ਉੱਪਰ ਕੋਈ ਕੰਪੋਨੈਂਟ ਨਹੀਂ ਬਣਦਾ। ਹੁਣ ਜੇ ਮੈਂ ਕਹਾਂ ਕਿ ਇਸੇ ਵੈਕਟਰ ਨੂੰ A ਵੈਕਟਰ ਨੂੰ ਤੁਸੀਂ ਰਿਜ਼ੋਲਵ ਕਰੋ ਤੇ ਰਿਜ਼ੋਲਵ ਕਰਕੇ ਕੰਪੋਨੈਂਟ ਕੀ ਕਰੋ? ਇੱਕ ਕੰਪੋਨੈਂਟ ਇੱਥੇ ਬਣਾ ਦਿਓ। ਮੰਨ ਲਓ ਜੇ ਮੈਂ ਇਹਦਾ ਇੱਕ ਕੰਪੋਨੈਂਟ A sin ਥੀਟਾ ਇੱਥੇ ਬਣਾਉਣਾ ਵਾ ਤੇ ਫਿਰ ਮੈਂ ਦੂਸਰਾ ਕੰਪੋਨੈਂਟ ਕਿੱਥੇ ਬਣਾਵਾਂਗਾ? ਦੂਸਰਾ ਕੰਪੋਨੈਂਟ ਫਿਰ ਮੇਰਾ ਕਿੱਥੇ ਆਉਣਾ ਵਾ? 90 ਡਿਗਰੀ ਤੇ ਇਹਦੇ ਉੱਪਰ ਹੀ ਆਉਣਾ ਵਾ, A cos ਥੀਟਾ, ਜਿਹੜਾ ਕਿ ਬਣਨਾ ਹੀ ਨਹੀਂ ਆ। ਇਸ ਤਰੀਕੇ ਨਾਲ ਤੇ ਅਸੀਂ ਡਿਫਾਈਨ ਕਰ ਹੀ ਨਹੀਂ ਸਕਦੇ, ਤਰੀਕੇ ਨਾਲ ਤੇ ਅਸੀਂ ਵੈਕਟਰ ਨੂੰ ਰਿਜ਼ੋਲਵ ਕਰ ਹੀ ਨਹੀਂ ਸਕਦੇ। ਜਾਂ ਅਸੀਂ ਕਹੀਏ ਕਿ ਇੱਕ ਵੈਕਟਰ ਦਾ ਆਪਣੇ 90 ਡਿਗਰੀ ਦੇ ਉੱਪਰ ਕੋਈ ਕੰਪੋਨੈਂਟ ਨਹੀਂ ਬਣਦਾ।
ਤੇ ਜੇਕਰ ਇੱਕ ਵੈਕਟਰ ਦਾ ਆਪਣੇ 90 ਡਿਗਰੀ ਦੇ ਉੱਪਰ ਕੋਈ ਕੰਪੋਨੈਂਟ ਨਹੀਂ ਬਣਦਾ ਤੇ ਇਹਦਾ ਮਤਲਬ ਇਹ ਜਿਹੜਾ ਫੋਰਸ ਵੈਕਟਰ ਵਾ ਨਾ ਇਹਦਾ 90 ਡਿਗਰੀ ਤੇ ਵੈਲੋਸਿਟੀ ਵਾਲੀ ਡਾਇਰੈਕਸ਼ਨ ਦੇ ਵਿੱਚ ਕੋਈ ਕੰਪੋਨੈਂਟ ਨਹੀਂ ਬਣਨਾ। ਇਹਦਾ ਮਤਲਬ ਵੈਲੋਸਿਟੀ ਵਾਲੀ ਡਾਇਰੈਕਸ਼ਨ ਦੇ ਵਿੱਚ ਫੋਰਸ ਨੇ ਕੋਈ ਪ੍ਰਭਾਵ ਨਹੀਂ ਪਾਉਣਾ। ਤੇ ਜੇ ਵੈਲੋਸਿਟੀ ਵਾਲੀ ਡਾਇਰੈਕਸ਼ਨ ਦੇ ਵਿੱਚ ਫੋਰਸ ਨੇ ਕੋਈ ਪ੍ਰਭਾਵ ਨਹੀਂ ਪਾਉਣਾ ਤੇ ਇਹਦਾ ਮਤਲਬ ਕੀ ਆ, ਵੈਲੋਸਿਟੀ ਦੇ ਮੈਗਨੀਟਿਊਡ ਨੇ ਨਹੀਂ ਬਦਲਣਾ। ਆਪਾਂ ਕਹਿ ਸਕਦੇ ਹਾਂ ਕਿ ਵੈਲੋਸਿਟੀ ਦਾ ਮੈਗਨੀਟਿਊਡ ਕੀ ਆ, ਕੌਨਸਟੈਂਟ ਰਹੇਗਾ। ਦੂਸਰਾ ਇੱਕ ਚੀਜ਼ ਇੱਥੇ ਅਸੀਂ ਹੋਰ ਯਾਦ ਰੱਖਣੀ ਆ ਕਿ ਜਦੋਂ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੇ ਵਿੱਚ ਮੂਵ ਕਰਦਾ ਵਾ ਨਾ ਤੇ ਅਸੀਂ ਇੱਕ ਗੱਲ ਕਹਿੰਦੇ ਆ ਕਿ ਮੈਗਨੈਟਿਕ ਫੋਰਸ ਕੋਈ ਵਰਕ ਨਹੀਂ ਕਰਦੀ। ਮੈਗਨੈਟਿਕ ਫੋਰਸ ਕੀ ਆ, ਕੋਈ ਵਰਕ ਨਹੀਂ ਕਰਦੀ। ਕਿਵੇਂ ਵਰਕ ਨਹੀਂ ਕਰਦੀ, ਇਹਨੂੰ ਦੋ ਐਗਜ਼ਾਮਪਲਸ ਤੋਂ ਸਮਝਿਆ ਜਾ ਸਕਦਾ। ਹੁਣ ਦੇਖੋ ਇੱਥੋਂ ਚਾਰਜ ਪਾਰਟੀਕਲ ਐਂਟਰ ਹੋਇਆ, ਇਹ ਕੀ ਆ, ਮੈਗਨੈਟਿਕ ਫੋਰਸ ਨੇ ਇਹਨੂੰ ਸਰਕੂਲਰਲੀ ਮੂਵ ਕਰਾਇਆ ਤੇ ਵਰਕ ਦਾ ਸਾਡੇ ਕੋਲੋਂ ਫਾਰਮੂਲਾ ਕੀ ਆ, Fs ਕੀ ਆ, cos ਥੀਟਾ। ਹੁਣ ਜੇਕਰ S 0 ਹੋਏਗੀ ਕਿਉਂਕਿ ਇੱਕ ਚੱਕਰ ਪੂਰਾ ਕਰਨ ਲੱਗਿਆ ਟੋਟਲ ਡਿਸਪਲੇਸਮੈਂਟ ਸਰਕੂਲਰ ਮੋਸ਼ਨ 'ਚ ਕੀ ਆ, 0, ਤੇ ਫਿਰ ਕੀ ਆ, ਵਰਕ ਵੀ 0। ਪਰ ਆਪਾਂ ਇਹਨੂੰ ਬਿਹਤਰ ਤਰੀਕੇ ਨਾਲ ਸਮਝਦੇ ਹਾਂ ਜਾਂ ਇਹਨੂੰ ਦੂਸਰੇ ਤਰੀਕੇ ਨਾਲ ਸਮਝਦੇ ਹਾਂ। ਆਪਾਂ ਦੂਸਰੇ ਤਰੀਕੇ ਨਾਲ ਇਹਨੂੰ ਕਿੱਦਾਂ ਸਮਝਦੇ ਹਾਂ ਕਿ ਮੈਗਨੈਟਿਕ ਫੋਰਸ ਕੋਈ ਵਰਕ ਨਹੀਂ ਕਰਦੀ। ਆਪਾਂ ਨੂੰ ਇਦਾਂ ਸਮਝਦੇ ਹਾਂ ਕਿ ਇਹ ਫੋਰਸ ਵਾ ਤੇ ਇਹ ਕੀ ਆ, ਇਸੇ ਡਾਇਰੈਕਸ਼ਨ ਦੇ ਵਿੱਚ ਡਿਸਪਲੇਸਮੈਂਟ ਵਾ S। ਤੇ ਅਸੀਂ ਪੜ੍ਹਿਆ ਕਿ ਫੋਰਸ ਦਾ ਕੋਈ ਵੀ ਕੰਪੋਨੈਂਟ ਜਿਹੜਾ ਵਾ ਉਹ ਡਿਸਪਲੇਸਮੈਂਟ ਦੀ ਡਾਇਰੈਕਸ਼ਨ 'ਚ ਨਹੀਂ ਹੈਗਾ। ਤੇ ਜੇਕਰ ਫੋਰਸ ਦਾ ਕੋਈ ਵੀ ਕੰਪੋਨੈਂਟ ਡਿਸਪਲੇਸਮੈਂਟ ਦੀ ਡਾਇਰੈਕਸ਼ਨ 'ਚ ਨਹੀਂ ਹੈਗਾ ਤੇ ਸਾਨੂੰ ਤੇ ਸਕੇਲਰ ਪ੍ਰੋਡਕਟ ਹੀ ਇਹ ਗੱਲ ਕਹਿੰਦੀ ਆ ਨਾ ਕਿ ਇੱਕ ਵੈਕਟਰ ਤੇ ਦੂਸਰਾ ਕਿਹੜਾ ਵੈਕਟਰ ਲੈਣਾ ਵਾ, ਦੂਸਰੇ ਵੈਕਟਰ ਦਾ ਉਹ ਕੰਪੋਨੈਂਟ ਲੈਣਾ ਵਾ ਜਿਹੜਾ ਇਸ ਵੈਕਟਰ ਦੀ ਡਾਇਰੈਕਸ਼ਨ ਦੇ ਵਿੱਚ ਹੋਵੇ। ਇਹਦਾ ਮਤਲਬ ਜੇ ਫੋਰਸ ਦਾ ਕੰਪੋਨੈਂਟ ਮਤਲਬ F cos ਥੀਟਾ, ਇਸ ਕੇਸ ਦੇ ਵਿੱਚ ਕੀ ਆ, F cos ਥੀਟਾ ਹੈ ਹੀ ਨਹੀਂ ਆ, F cos ਥੀਟਾ 0 ਵਾ ਤੇ ਇਹਦਾ ਮਤਲਬ ਵਰਕ ਕੀ ਆ, 0 ਵਾ। ਜਾਂ ਅਸੀਂ ਫਿਜ਼ੀਕਲੀ ਇਦਾਂ ਸਮਝੀਏ ਕਿ ਇਸ ਫੋਰਸ ਦਾ ਵੈਲੋਸਿਟੀ ਵੈਕਟਰ ਤੇ ਡਿਸਪਲੇਸਮੈਂਟ ਵੈਕਟਰ ਦੀ ਡਾਇਰੈਕਸ਼ਨ ਦੇ ਵਿੱਚ ਕੋਈ ਕੰਪੋਨੈਂਟ ਨਹੀਂ ਹੈਗਾ। ਤੇ ਜੇਕਰ ਕੋਈ ਕੰਪੋਨੈਂਟ ਨਹੀਂ ਹੈਗਾ ਤੇ ਫਿਰ ਅਸੀਂ ਸਕੇਲਰ ਪ੍ਰੋਡਕਟ ਨਹੀਂ ਕਰ ਸਕਦੇ ਕਿਉਂਕਿ ਸਕੇਲਰ ਪ੍ਰੋਡਕਟ ਕਰਨ ਵਾਸਤੇ ਸਾਡੀ ਬੇਸਿਕ ਡੈਫੀਨੇਸ਼ਨ ਕੀ ਆ ਕਿ ਇੱਕ ਵੈਕਟਰ ਵਾ ਤੇ ਦੂਸਰਾ ਵੈਕਟਰ ਜਿਹੜਾ ਪ੍ਰੋਡਕਟ ਹੋਣਾ ਵਾ ਨਾ ਉਹਦਾ ਉਹ ਕੰਪੋਨੈਂਟ ਲਓ ਜਿਹੜਾ ਪਹਿਲੇ ਵੈਕਟਰ ਦੀ ਡਾਇਰੈਕਸ਼ਨ ਦੇ ਵਿੱਚ ਹੋਵੇ। ਸੋ ਅਸੀਂ ਇਹਨਾਂ ਦੋਨਾਂ ਤੋਂ ਇਹ ਗੱਲ ਨੂੰ ਕਨਕਲੂਡ ਕਰਦੇ ਹਾਂ ਕਿ ਵਰਕ ਜਿਹੜਾ ਵਾ ਮੈਗਨੈਟਿਕ ਫੀਲਡ ਦੇ ਵਿੱਚ ਕੋਈ ਨਹੀਂ ਹੁੰਦਾ। ਮਤਲਬ ਮੈਗਨੈਟਿਕ ਫੀਲਡ ਦੇ ਵਿੱਚ ਚਾਰਜ ਪਾਰਟੀਕਲ ਦੇ ਉੱਪਰ ਕੋਈ ਵਰਕ ਨਹੀਂ ਹੁੰਦਾ। ਪਰ ਇੱਥੇ ਅਸੀਂ ਇੱਕ ਗੱਲ ਹੋਰ ਕਲੀਅਰ ਕਰ ਲੈਂਦੇ ਹਾਂ। ਹੁਣ ਦੇਖੋ ਇਲੈਕਟ੍ਰਿਕ ਫੀਲਡ ਦੇ ਵਿੱਚ ਕੀ ਸੀ, ਇਲੈਕਟ੍ਰਿਕ ਫੀਲਡ ਵਰਕ ਕਰਾਉਂਦਾ ਵਾ। ਇਲੈਕਟ੍ਰਿਕ ਫੀਲਡ ਖੜੇ ਚਾਰਜ ਤੇ ਵੀ ਫੋਰਸ ਲਗਾ ਸਕਦਾ ਵਾ ਤੇ ਮੂਵ ਕਰਦੇ ਹੋਏ ਚਾਰਜ ਤੇ ਵੀ ਫੋਰਸ ਲਗਾ ਸਕਦਾ ਵਾ। ਪਰ ਜਿਹੜਾ ਮੈਗਨੈਟਿਕ ਫੀਲਡ ਵਾ ਨਾ, ਮੈਗਨੈਟਿਕ ਫੀਲਡ ਦੇ ਵਿੱਚ ਸਾਡੇ ਕੋਲੋਂ ਜਿਹੜੀ ਇਕੁਏਸ਼ਨ ਆਈ ਆ ਉਹ ਕਿਹੜੀ ਆਈ ਆ, ਉਹ ਇਹ ਵਾਲੀ ਆਈ ਆ F = QVB। ਤੇ ਜੇਕਰ ਅਸੀਂ ਕਹੀਏ ਨਾ ਕਿ V 0 ਵਾ ਤੇ ਫਿਰ ਫੋਰਸ ਵੀ 0 ਆ। ਇਹਦਾ ਮਤਲਬ ਕੀ ਹੋ ਗਿਆ, ਇਹਦਾ ਮਤਲਬ ਇਹ ਹੋ ਗਿਆ ਕਿ ਜੇਕਰ ਮੈਗਨੈਟਿਕ ਫੀਲਡ ਦੇ ਵਿੱਚ ਚਾਰਜ ਰੈਸਟ ਤੇ ਆ ਤੇ ਉਹਦੇ ਤੇ ਕੋਈ ਫੋਰਸ ਨਹੀਂ ਲੱਗਣੀ। ਤੇ ਇਲੈਕਟ੍ਰਿਕ ਫੀਲਡ ਦੇ ਵਿੱਚ ਕੀ ਆ, ਇਲੈਕਟ੍ਰਿਕ ਫੀਲਡ ਦੇ ਵਿੱਚ ਚਾਰਜ ਭਾਵੇਂ ਰੈਸਟ ਤੇ ਹੋਵੇ ਤੇ ਭਾਵੇਂ ਚਾਰਜ ਮੂਵ ਕਰਦਾ ਹੋਵੇ, ਇਲੈਕਟ੍ਰਿਕ ਫੀਲਡ ਦੇ ਵਿੱਚ ਫੋਰਸ ਲੱਗਣੀ ਹੀ ਲੱਗਣੀ ਆ। ਮੈਗਨੈਟਿਕ ਫੀਲਡ ਦੇ ਵਿੱਚ ਫੋਰਸ ਸਿਰਫ ਉਦੋਂ ਲੱਗਣੀ ਆ ਜਦੋਂ ਚਾਰਜ ਮੂਵ ਕਰਦਾ ਹੋਵੇ। ਤੇ ਦੂਸਰੀ ਸ਼ਰਤ ਕਿਹੜੀ ਆ, ਦੂਸਰੀ ਸ਼ਰਤ ਇਹ ਆ ਕਿ ਵੈਲੋਸਿਟੀ ਵੈਕਟਰ ਤੇ ਮੈਗਨੈਟਿਕ ਫੀਲਡ ਦੇ ਵਿੱਚ ਐਂਗਲ ਜਿਹੜਾ ਵਾ 0 ਨਾ ਹੋਵੇ। ਇਹ ਗੱਲ ਨੂੰ ਤੁਸੀਂ ਜਿਹੜਾ ਵਾ ਉਹ ਕਨਕਲੂਡ ਕਰਕੇ ਜਾਂ ਸਿੱਟਾ ਕੱਢ ਕੇ ਜ਼ਰੂਰ ਲਿਖ ਲੈਣਾ। ਆਪਾਂ ਇਹਨੂੰ ਇੱਕ ਵਾਰੀ ਮਿਟਾ ਕੇ ਇਹ ਗੱਲਾਂ ਨੂੰ ਦੁਬਾਰਾ ਡਿਸਕਸ ਕਰ ਲੈਂਦੇ ਹਾਂ। ਅਸੀਂ ਇਸ ਲੈਕਚਰ ਦੇ ਵਿੱਚ ਕੀ ਪੁਆਇੰਟ ਕਿਹੜੇ ਨੋਟ ਕੀਤੇ ਆ, ਇੱਕ ਫੋਰਸ ਕੈਲਕੂਲੇਟ ਕੀਤੀ ਆ F = QVB sin θ। ਤੇ ਇਹ ਵਾਲੀ ਇਕੁਏਸ਼ਨ ਸਾਨੂੰ ਕੀ ਕਹਿੰਦੀ ਆ, ਇਹ ਕਹਿੰਦੀ ਆ ਕਿ ਜੇਕਰ ਵੈਲੋਸਿਟੀ 0 ਆ ਤੇ ਤਾਂ ਵੀ ਮੈਗਨੈਟਿਕ ਫੋਰਸ ਕੀ ਆ, 0 ਆ। ਮਤਲਬ ਖੜੇ ਚਾਰਜ ਤੇ ਮੈਗਨੈਟਿਕ ਫੀਲਡ ਕੋਈ ਫੋਰਸ ਨਹੀਂ ਲਾਉਂਦਾ। ਤੇ ਦੂਸਰੀ ਗੱਲ ਕਹਿੰਦਾ ਵਾ ਕਿ ਥੀਟਾ 0 ਆ, ਮਤਲਬ V ਐਂਡ B, angle between V and B, theta is angle
ਬਿਟਵੀਨ V ਐਂਡ B। ਜੇਕਰ ਥੀਟਾ 0 ਵਾ ਤੇ ਤਾਂ ਵੀ ਮੈਗਨੈਟਿਕ ਫੋਰਸ ਕੀ ਆ 0 ਵਾ। ਮਤਲਬ ਇਸ ਤਰ੍ਹਾਂ ਹੋ ਗਿਆ ਕਿ ਜੇਕਰ ਇੱਧਰ ਨੂੰ ਮੈਗਨੈਟਿਕ ਫੀਲਡ ਲੱਗਾ ਹੋਇਆ ਵਾ ਤੇ ਚਾਰਜ ਪਾਰਟੀਕਲ ਇੱਧਰ ਨੂੰ ਮੂਵ ਕਰ ਰਿਹਾ ਵਾ ਤੇ ਕੋਈ ਫੋਰਸ ਨਹੀਂ ਲਾਉਂਦਾ ਮੈਗਨੈਟਿਕ ਫੀਲਡ। ਤੇ ਦੂਸਰੀ ਗੱਲ ਸੀ ਕਿ ਜੇਕਰ ਮੈਗਨੈਟਿਕ ਫੀਲਡ ਮੂਵ ਹੀ ਨਹੀਂ ਕਰਦਾ ਤੇ ਤਾਂ ਵੀ ਕੋਈ ਫੋਰਸ ਨਹੀਂ ਲਾਉਂਦਾ। ਮਤਲਬ ਜੇ ਥੀਟਾ 0 ਵਾ ਤੇ ਤਾਂ ਵੀ ਕੋਈ ਫੋਰਸ ਨਹੀਂ ਆ, ਤੇ ਜੇਕਰ ਚਾਰਜ ਰੈਸਟ ਦੇ ਉੱਪਰ ਆ ਤੇ ਤਾਂ ਵੀ ਮੈਗਨੈਟਿਕ ਫੋਰਸ ਕੀ ਆ 0 ਵਾ। ਤੇ ਇੱਥੇ ਮੈਂ ਇਹ ਗੱਲ ਕਹੀ ਸੀ ਕਿ ਇਲੈਕਟ੍ਰਿਕ ਫੀਲਡ ਜਿਹੜਾ ਵਾ ਉਹ ਕੈਨ ਐਗਜ਼ਰਟ ਫੋਰਸ, ਕਿਹਦੇ ਤੇ ਫੋਰਸ ਐਗਜ਼ਰਟ ਕਰ ਸਕਦਾ ਵਾ? ਸਟੈਟਿਕ ਚਾਰਜ ਤੇ ਮੂਵਿੰਗ ਚਾਰਜ ਦੇ ਉੱਪਰ। ਸਟੈਟਿਕ ਚਾਰਜ ਦੇ ਉੱਪਰ ਵੀ ਫੋਰਸ ਲਾਉਂਦਾ ਵਾ ਤੇ ਐਂਡ ਮੂਵਿੰਗ ਚਾਰਜ ਤੇ ਵੀ ਫੋਰਸ ਲਾਉਂਦਾ ਵਾ। ਪਰ ਮੈਗਨੈਟਿਕ ਫੀਲਡ ਸਿਰਫ ਮੂਵਿੰਗ ਚਾਰਜ ਦੇ ਉੱਪਰ ਹੀ ਫੋਰਸ ਲਗਾਉਂਦਾ ਵਾ। ਤੇ ਅਸੀਂ ਔਰਸਟਡ ਐਕਸਪੈਰੀਮੈਂਟ ਦੇ ਵਿੱਚ ਇਹ ਚੀਜ਼ ਦੇਖੀ ਆ ਕਿ ਜਦੋਂ ਇਹ ਚਾਰਜ ਪਾਰਟੀਕਲ ਮੂਵ ਕਰਦਾ ਵਾ ਨਾ ਤੇ ਇਹਦੇ ਅਰਾਊਂਡ ਕੀ ਆ ਮੈਗਨੈਟਿਕ ਫੀਲਡ ਬਣਦਾ ਵਾ। ਜਦੋਂ ਇੱਕ ਚਾਰਜ ਪਾਰਟੀਕਲ ਖੜਾ ਹੁੰਦਾ ਵਾ ਨਾ ਉਹ ਆਪਣੇ ਆਲੇ ਦੁਆਲੇ ਕੀ ਬਣਾਉਂਦਾ ਵਾ? ਇਲੈਕਟ੍ਰਿਕ ਫੀਲਡ ਬਣਾਉਂਦਾ ਵਾ। ਪਰ ਜਦੋਂ ਉਹੋ ਹੀ ਚਾਰਜ ਪਾਰਟੀਕਲ ਮੂਵ ਕਰਦਾ ਵਾ ਨਾ ਫਿਰ ਉਹ ਇਲੈਕਟ੍ਰਿਕ ਫੀਲਡ ਵੀ ਬਣਾਉਂਦਾ ਵਾ ਤੇ ਮੈਗਨੈਟਿਕ ਫੀਲਡ ਵੀ ਬਣਾਉਂਦਾ ਵਾ। ਇਸ ਗੱਲ ਨੂੰ ਯਾਦ ਰੱਖਣਾ ਕਿ ਇੱਕ ਖੜਾ ਚਾਰਜ ਜਿਹੜਾ ਸਟੈਟਿਕ ਚਾਰਜ ਆ ਨਾ ਉਹ ਸਿਰਫ ਆਪਣੇ ਆਲੇ ਦੁਆਲੇ ਇਲੈਕਟ੍ਰਿਕ ਫੀਲਡ ਬਣਾਉਂਦਾ ਵਾ, ਪਰ ਇੱਕ ਮੂਵ ਕਰਦਾ ਹੋਇਆ ਚਾਰਜ ਇਲੈਕਟ੍ਰਿਕ ਫੀਲਡ ਵੀ ਬਣਾਉਂਦਾ ਵਾ ਤੇ ਮੈਗਨੈਟਿਕ ਫੀਲਡ ਵੀ ਬਣਾਉਂਦਾ ਵਾ। ਸੋ ਅਸੀਂ ਕੀ ਪੁਆਇੰਟ ਹੋਰ ਕੀ ਨੋਟ ਕਰ ਸਕਦੇ ਹਾਂ? ਆਪਾਂ ਇੱਕ ਇਹ ਵੀ ਨੋਟ ਕੀਤਾ ਕਿ ਇਹ ਜਿਹੜਾ ਚਾਰਜ ਪਾਰਟੀਕਲ ਆ ਮੈਗਨੈਟਿਕ ਫੀਲਡ ਦੇ ਵਿੱਚ ਕੀ ਕਰਦਾ ਵਾ? ਚਾਰਜ ਪਾਥ ਕਿੱਦਾਂ ਦਾ ਵਾ? ਸਰਕੂਲਰ ਆ ਇਨ ਮੈਗਨੈਟਿਕ ਫੀਲਡ। ਮੈਗਨੈਟਿਕ ਫੀਲਡ ਦੇ ਵਿੱਚ ਚਾਰਜ ਦਾ ਪਾਥ ਕੀ ਆ? ਸਰਕੂਲਰ ਆ। ਤੇ ਆਪਾਂ ਇਹ ਵੀ ਪੜ੍ਹਿਆ ਵਾ ਕਿ ਮੈਗਨੈਟਿਕ ਫੋਰਸ ਕੋਈ ਵਰਕ ਨਹੀਂ ਕਰਦੀ, ਨੋ ਵਰਕ, ਚਾਰਜ ਦੇ ਉੱਪਰ ਕੋਈ ਕੰਮ ਨਹੀਂ ਕਰਦੀ। ਇਹ ਵੀ ਚੀਜ਼ ਅਸੀਂ ਪੜ੍ਹੀ ਆ। ਤੇ ਅਸੀਂ ਇਹਦਾ ਯੂਨਿਟ ਵੀ ਕੱਢਿਆ ਵਾ ਮੈਗਨੈਟਿਕ ਫੀਲਡ ਦਾ। ਅਸੀਂ ਮੈਗਨੈਟਿਕ ਫੀਲਡ ਦਾ ਯੂਨਿਟ ਕੱਢਿਆ ਇਸ ਚੈਪਟਰ ਦੇ ਵਿੱਚ। ਕੀ ਕੱਢਿਆ ਵਾ? ਟੈਸਲਾ। SI ਯੂਨਿਟ ਕੀ ਆ? ਟੈਸਲਾ SI ਆ। ਤੇ CGS ਯੂਨਿਟ ਕੀ ਕੱਢਿਆ ਵਾ? ਗੌਸ।